ਤੁਹਾਡਾ ਸਵਾਗਤ ਹੈ। ਆ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਕਪੂਰਥਲਾ ਪੁਲਿਸ ਨੇ ਇੱਕ ਅੰਤਰਰਾਸ਼ਟਰੀ ਬਦਮਾਸ਼ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਭੋਲੇ ਭਾਲੇ ਲੋਕਾਂ ਨੂੰ ਅਗਵਾ ਕਰਕੇ ਧਮਕੀਆਂ ਦੇ ਕੇ ਮੋਟੀ ਫਿਰੌਤੀ ਮੰਗਦਾ ਸੀ। ਦਰਅਸਲ ਮਾਮਲਾ ਕਪੂਰਥਲਾ ਦੇ ਪਿੰਡ ਗਾਜੀ ਗਡਾਣਾ ਦਾ ਹੈ, ਜਿੱਥੇ ਕਿ ਕਿਸਾਨ ਪਰਿਵਾਰ ਦੇ ਇੱਕ ਵਿਅਕਤੀ ਨੂੰ 3 ਜਨਵਰੀ ਨੂੰ ਧਮਕੀਆਂ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਕਾਲ ਆਉਂਦੀ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਅਗਵਾ ਕੀਤਾ ਜਾਂਦਾ ਹੈ। ਫਿਰ ਉਸ ਦੇ ਪਰਿਵਾਰ ਤੋਂ ਫਿਰੌਤੀ ਮੰਗਣ ਦਾ ਕੰਮ ਸ਼ੁਰੂ ਹੁੰਦਾ ਹੈ, ਜੋ ਪਹਿਲਾਂ 3 ਕਰੋੜ ਤੋਂ ਸ਼ੁਰੂ ਹੁੰਦਾ ਹੈ ਤੇ ਫਿਰ ਗੱਲ ਲੱਖਾਂ ਵਿੱਚ ਆਉਂਦੀ ਹੈ। ਕਪੂਰਥਲਾ ਪੁਲਿਸ ਵੱਲੋਂ ਇੱਕ ਫੋਰਨ ਬੇਸਡ ਐਕਸਟੋਰਸ਼ਨ ਮੋਡਿਊਲ ਜਿਹੜਾ ਹੈਗਾ ਉਹਨੂੰ ਬਸਟ ਕੀਤਾ ਗਿਆ। ਇਹ ਮੋਡਿਊਲ ਜਿਹੜਾ ਹੈਗਾ ਭੁਲੱਥ ਸਬ ਡਿਵੀਜ਼ਨ ਦੇ ਵਿੱਚ ਢਿਲਵਾ ਬੇਗੋਵਾਲ ਦੇ ਏਰੀਆ ਦੇ ਵਿੱਚ ਐਕਟਿਵ ਸੀ। ਇਸ ਜਿਹੜਾ ਮੋਡਿਊਲ ਦੇ ਵਿੱਚ ਟੋਟਲ ਅਜੇ ਤੱਕ ਸਾਡੇ ਕੋਲ 13 ਐਕਿਊਜ਼ਡ ਜਿਹੜੇ ਹੈਗੇ ਉਹ ਨੋਮੀਨੇਟ ਕੀਤੇ ਗਏ ਹੈ ਤੇ ਉਹਨਾਂ ਚੋਂ 8 ਜਾਣਿਆਂ ਦੀ ਅਰੈਸਟ ਪਾਈ ਗਈ ਹੈ। ਜਿਹੜਾ ਇਹ ਮੋਡਿਊਲ ਸੀ ਉਹਨੇ ਜਨਵਰੀ ਦੇ ਮਹੀਨੇ ਦੇ ਵਿੱਚ ਆਪਣੀ ਪਹਿਲੀ ਵਾਰਦਾਤ ਕੀਤੀ। 3 ਜਨਵਰੀ ਨੂੰ ਪਿੰਡ ਗਾਜ਼ੀ ਗਡਾਣੇ ਚੋਂ ਇਸ ਮੋਡਿਊਲ ਦੇ 6-7 ਬੰਦਿਆਂ ਵੱਲੋਂ ਇੱਕ ਬਜ਼ੁਰਗ ਨੂੰ ਕਿਡਨੈਪ ਕੀਤਾ ਗਿਆ ਤੇ ਉਹਨਾਂ ਦੇ ਪਰਿਵਾਰ ਤੋਂ ਬਜ਼ੁਰਗ ਨੂੰ ਛੱਡਣ ਦੇ ਵਾਸਤੇ 3 ਕਰੋੜ ਦੀ ਰੈਂਸਮ ਮਨੀ ਜਿਹੜੀ ਹੈਗੀ ਉਹ ਮੰਗੀ ਗਈ। ਜਦੋਂ ਇਸ ਇਨਸੀਡੈਂਟ ਦਾ ਪੁਲਿਸ ਨੂੰ ਪਤਾ ਲੱਗਿਆ ਤਾਂ FIR ਨੰਬਰ 2 ਡੇਟਡ 3/1/2023 ਅੰਡਰ ਰੈਲੇਵੈਂਟ ਸੈਕਸ਼ਨਸ ਪੁਲਿਸ ਸਟੇਸ਼ਨ ਢਿਲਵਾਂ ਦੇ ਵਿੱਚ ਰਜਿਸਟਰ ਕੀਤੀ ਗਈ। ਇਸ ਤੋਂ ਇਲਾਵਾ ਅਸੀਂ ਆਪਣੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਜੋ ਕਿ DGP ਸਾਹਿਬ ਗੁਰੂ ਗੌਰਵ ਯਾਦਵ ਸਾਹਿਬ ਦੇ ਅੰਡਰ ਹੈ ਅਤੇ ਉਹਨਾਂ ਨੂੰ ਦੱਸਿਆ ਗਿਆ, ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ADGP ਕਾਊਂਟਰ ਇੰਟੈਲੀਜੈਂਸ ਸ਼੍ਰੀ ਅਮਿਤ ਪ੍ਰਸਾਦ ਸਾਹਿਬ ਅਤੇ ਕਾਊਂਟਰ ਇੰਟੈਲੀਜੈਂਸ ਦੀ ਪੂਰੀ ਟੀਮ ਨੂੰ ਇਸ ਕੇਸ ਦੀ ਟਰੇਸ ਕਰਨ ਦੇ ਲਈ ਮੋਟੀਵੇਟ ਕੀਤਾ। ਉਹਨਾਂ ਦੀ ਜਿਹੜੀ ਸਾਰੀ ਟੀਮ ਸੀ ਉਹਨਾਂ ਨੇ ਸਾਨੂੰ ਟੈਕਨੀਕਲ ਤੇ ਇੰਟੈਲੀਜੈਂਸ ਬੇਸਡ ਇਨਪੁਟਸ ਕੰਟੀਨਿਊਸਲੀ ਦਿੰਦੇ ਰਹੇ। IG ਰੇਂਜ ਜਲੰਧਰ ਅਤੇ SSP ਕਪੂਰਥਲਾ ਵੱਲੋਂ ਜਿਹੜੇ ਗਰਾਊਂਡ ਲੈਵਲ ਦੇ ਉੱਤੇ ਇਸ ਕੇਸ ਨੂੰ ਮੋਨੀਟਰ ਕੀਤਾ ਗਿਆ ਤੇ ਸਾਰੇ ਆਪਰੇਸ਼ਨਸ ਕੀਤੇ ਗਏ। ਜਦੋਂ FIR ਰਜਿਸਟਰ ਹੋਈ ਤੇ 1-2 ਦਿਨ ਬਾਅਦ ਹੀ ਲੋਕਾਂ ਨੂੰ ਸੰਯੋਗ ਦੇਣਾ ਚਾਹੀਦਾ ਪ੍ਰਸ਼ਾਸਨ ਦੇ ਨਾਲ, ਨਹੀਂ ਕਿ ਕੋਈ ਚੀਜ਼ ਲੁਕਾਉਣੀ ਨਹੀਂ ਚਾਹੀਦੀ। ਜਦੋਂ ਆਪਾਂ ਚੀਜ਼ ਲੁਕਾਉਂਦੇ ਆ ਫਿਰ ਪ੍ਰਸ਼ਾਸਨ ਵੀ ਕੀ ਕਰ ਸਕਦਾ ਜੀ। ਜੋ ਸੱਚ ਹੈਗਾ ਉਹ ਪ੍ਰਸ਼ਾਸਨ ਨੂੰ ਦੱਸੋ। ਪ੍ਰਸ਼ਾਸਨ ਤੁਹਾਡੀ ਪੂਰੀ ਮਦਦ ਕਰਦਾ ਜਿਸ ਤਰ੍ਹਾਂ ਮੇਰੀ ਕੀਤੀ ਗਈ ਹੈ ਤੇ ਇਹਦੇ ਵਿੱਚ ਡਰਨ ਦੀ ਲੋਕਾਂ ਨੂੰ ਕੋਈ ਲੋੜ ਨਹੀਂ ਗੀ। ਤੇ ਮੈਂ ਇਹੋ ਸੁਨੇਹਾ ਦੇਣਾ ਚਾਹੁੰਦਾ ਜੀ। ਤੁਹਾਡੇ ਨਾਲ ਇਹ ਵਾਕਿਆ ਵਾਪਰਿਆ ਸੀ ਔਰ ਕਿਸ ਤਰ੍ਹਾਂ ਪੁਲਿਸ ਨੇ ਆਪਣੀ ਕਾਰਗੁਜ਼ਾਰੀ ਕੀਤੀ ਹੈ? ਮੇਰਾ ਨਾਮ ਨਰਿੰਦਰਜੀਤ ਸਿੰਘ ਹੈ, ਪਿੰਡ ਮੇਰਾ ਬੇਗੋਵਾਲ ਹੈ ਤੇ ਸੋਨੂ ਵਾਰ ਨੇ ਮੈਨੂੰ ਫੋਨ ਕੀਤਾ ਸੀ। ਕਹਿੰਦੇ ਨੇ ਕਿ ਮੈਨੂੰ 50 ਲੱਖ ਰੁਪਈਆ ਦੇ, ਨਹੀਂ ਤਾਂ ਤੇਰੇ ਮੁੰਡੇ ਦੀ ਡੈਡ ਬੋਡੀ ਆ ਜਾਏਗੀ। 11 ਦਿਨਾਂ ਬਾਅਦ ਤੈਨੂੰ ਮਾਰ ਦਿਆਂਗੇ ਤੇ ਤੇਰੇ ਸਿਰ 'ਚ ਗੋਲੀਆਂ ਮਾਰਨੀਆਂ। ਸਾਰੀ ਪੁਲਿਸ ਨੇ ਬਹੁਤ ਵਧੀਆ ਕੀਤਾ ਜੋ ਵੀ ਕੀਤਾ। ਪੁਲਿਸ ਨੇ ਮੈਨੂੰ 3 ਗਨਮੈਨ ਦਿੱਤੇ ਆ ਤੇ ਇਹਨੇ ਫਿਰ ਮੈਨੂੰ ਫੋਨ ਕੀਤਾ ਸੀ। ਇਹੋ ਹੀ ਕਹਿੰਦਾ ਆਹ ਭੈਣ ਜੀ ਕੀ ਕੀਤੀ ਹੈ ਜਿਹੜੀ, ਪੁਲਿਸ ਕੋ ਤੂੰ ਕਿਉਂ ਗਿਆ, ਪੁਲਿਸ ਕੋ ਨਹੀਂ ਜਾਣਾ। ਇਹਨੇ ਮੇਰੇ ਭਾਣਜੇ ਨੂੰ ਵੀ ਫੋਨ ਕੀਤਾ ਸੀ ਅਮਰੀਕਾ, ਮੇਰੀ ਭੈਣ ਦੇ ਮੁੰਡੇ ਨੂੰ, ਕਿ 50 ਲੱਖ ਰੁਪਈਆ ਲੈ ਕੇ ਤੂੰ ਰੱਖ ਲਾ ਤੇ ਮੇਰਾ ਬੰਦਾ ਆਏਗਾ ਤੇ ਕੋਲ ਲੈ ਜਾਏਗਾ। ਤੇ ਉਸ ਤੋਂ ਬਾਅਦ 4 ਵਾਰੀ ਮੈਨੂੰ ਫੋਨ ਆਇਆ ਇਹਦਾ। ਬਸ ਪੁਲਿਸ ਵਾਲਿਆਂ ਨੇ ਬਹੁਤ ਵਧੀਆ। ਇਸ ਸਾਰੀ ਤਫਤੀਸ਼ ਦੇ ਦੌਰਾਨ ਕੋਈ ਪੈਸੇ ਵੀ ਕੋਈ ਲੈਣ ਦੇਣ ਹੋਇਆ? ਨਹੀਂ, ਕੋਈ ਪੈਸਾ ਨਹੀਂ ਮੈਂ ਦਿੱਤਾ, ਕੋਈ ਪੈਸਾ ਕਿਸੇ ਨੂੰ ਨਹੀਂ ਦਿੱਤਾ। ਪੁਲਿਸ ਵਾਲੇ SSP ਸਾਹਿਬ ਤੇ SPD ਸਾਹਿਬ ਇਹ ਸਾਰੇ ਉੱਥੇ ਮੇਰੇ ਕੋਲ ਬੇਗੋਵਾਲ। ਕੋਈ ਤੁਹਾਡੇ ਨਾਲ ਸੱਟ ਮਾਰ ਵੀ ਹੋਈ, ਕੁੱਟਮਾਰ ਵੀ ਹੋਈ ਤੁਹਾਡੇ? ਨਹੀਂ, ਕੁੱਟਮਾਰ ਮੇਰੇ ਨਾਲ ਇਹ ਅਕਸਰ ਜਦੋਂ ਇੱਦਾਂ ਦਾ ਕੁਝ ਚੱਲਦਾ ਹੈ ਤਾਂ ਥ੍ਰੈਟ ਕਾਲਸ ਹੁੰਦੀਆਂ, ਇੱਕ ਦਬਾਅ ਹੁੰਦਾ ਵੀ ਕਿਤੇ ਨਾ ਕਿਤੇ ਆਪਾਂ ਪੈਸੇ ਦੇ ਦਈਏ, ਪੁਲਿਸ ਦਾ ਪਤਾ ਨਹੀਂ ਕਾਰਵਾਈ ਹੋਣੀ ਕਿ ਨਹੀਂ ਹੋਣੀ। ਤੁਹਾਡਾ ਪੁਲਿਸ ਨੇ ਕਿਸ ਤਰ੍ਹਾਂ ਸਾਥ ਦਿੱਤਾ? ਨਹੀਂ, ਪੁਲਿਸ ਨੇ ਬਹੁਤ ਵਧੀਆ ਸਾਥ ਦਿੱਤਾ। ਮੇਰੀ ਭੈਣ ਨੇ ਕਿਹਾ ਸੀ, ਕਹਿੰਦੀ ਹੁਣੀ ਜਾ ਪੁਲਿਸ ਕੋਲ, ਕਿ ਮੈਂ 15 ਮਿੰਟਾਂ ਦੇ ਬਾਅਦ ਮੈਂ ਪੁਲਿਸ ਕੋਲ ਪਹੁੰਚ ਗਿਆ। ਇਹਨਾਂ ਨੇ ਮੈਨੂੰ ਤੁਹਾਨੂੰ ਇੱਥੇ ਪੁਲਿਸ ਦੀ ਭੂਮਿਕਾ ਕਿੱਦਾਂ ਲੱਗੀ? ਬਹੁਤ ਵਧੀਆ ਲੱਗੀ, ਬਹੁਤ ਵਧੀਆ ਕੀਤੀ। ਬਾਕੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਜਿਨ੍ਹਾਂ ਨੂੰ ਥ੍ਰੈਟਸ ਕਾਲ ਆਉਂਦੀਆਂ? ਮਤਲਬ ਪੁਲਿਸ ਦੀ ਤੁਸੀਂ ਜ਼ਰੂਰ ਹੈਲਪ ਲਵੋ, ਮਤਲਬ ਇਹ ਤੁਹਾਡੀ ਮਤ ਠੀਕ ਹੈ। DSP ਸਿਟੀ ਨੇ ਦੱਸਿਆ ਕਿ ਬਠਿੰਡਾ ਦੇ ਵਿੱਚ ਚੋਰਾਂ ਨੇ ਮਚਾ ਰੱਖਿਆ ਸੀ ਆਪਣਾ ਆਤੰਕ ਤੇ ਚੋਰਾਂ ਦਾ ਹੁਣ ਆਤੰਕ ਹੋ ਜਾਵੇਗਾ ਖਤਮ। ਚੋਰ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਹਨ। ਫਰੀਦਕੋਟ, ਬਠਿੰਡਾ ਤੇ ਬਠਿੰਡਾ ਦੇ ਵੱਖ-ਵੱਖ ਪਿੰਡਾਂ ਦੇ ਇਹ ਲੋਕਾਂ ਦੇ ਮੋਟਰਸਾਈਕਲ, ਮੋਬਾਈਲ ਫੋਨ, ਕਾਰਾਂ ਚੋਰੀਆਂ ਕਰਕੇ ਸਸਤੇ ਰੇਟਾਂ ਵਿੱਚ ਵੇਚ ਦਿੰਦੇ ਸਨ ਅਤੇ ਇਹਨਾਂ ਦਾ ਸਾਥ 2 ਕਬਾੜੀਏ ਵੀ ਦਿੰਦੇ ਸਨ। 2 ਕਾਰਾਂ ਅਤੇ ਮੋਟਰਸਾਈਕਲਾਂ ਨੂੰ ਭੰਨਤੋੜ ਕਰਕੇ ਗੈਸ ਕਟਰ ਨਾਲ ਕੱਟ ਕੇ ਅਲੱਗ-ਅਲੱਗ ਸਮਾਂ ਅੱਗੇ ਵੇਚ ਦਿੰਦੇ ਸਨ। ਚੋਰਾਂ ਨੇ ਸਾਰੀ ਵਾਰਦਾਤ ਬਠਿੰਡਾ ਜ਼ਿਲ੍ਹੇ ਵਿੱਚ ਕੀਤੀਆਂ ਸਨ। ਇਹਨਾਂ ਸਾਰੀਆਂ ਨੂੰ ਦੇ ਉੱਤੇ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਤੇ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਬਠਿੰਡਾ ਦੇ ਐਸਐਸਪੀ ਸ਼੍ਰੀ ਜੇ.ਐਲ.ਐਨ. ਚੇਲੀਅਨ ਤੇ ਐਸਪੀਡੀ ਸ਼੍ਰੀ ਅਜੇ ਗਾਂਧੀ ਉਹਨਾਂ ਦੀ ਦਿਸ਼ਾ ਨਿਰਦੇਸ਼ ਅਨੁਸਾਰ ਕਾਰਵਾਈ ਕਰਦਿਆਂ ਥਾਣਾ ਕੋਤਵਾਲੀ ਦੀ ਟੀਮ ਵੱਲੋਂ ਦੋ ਵੱਖਰੇ ਮੁਕੱਦਮਿਆਂ ਵਿੱਚ ਇੱਕ ਮੁਕੱਦਮਾ ਨੰਬਰ 20 2023 ਦਾ ਜੋ ਮੁਖਬਰੀ ਤੇ ਮੁਕੱਦਮਾ ਕੀਤਾ ਗਿਆ ਸੀ। ਇਸ 'ਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇੱਕ ਮੁਕੱਦਮਾ ਨੰਬਰ 21 ਜਿਹੜਾ ਚੋਰੀ ਦਾ ਸੀ ਤੇ ਉਸ 'ਚ ਪਹਿਲਾਂ ਨਾਮਲੂਮ ਦੇ ਖਿਲਾਫ ਦਰਜ ਕੀਤਾ ਗਿਆ ਸੀ। ਉਸ 'ਚ ਰਿਕਵਰੀ ਕੀਤੀ ਗਈ ਹੈ ਤੇ ਨੋਮੀਨੇਟ ਕਰਕੇ ਬੰਦੇ ਅਰੈਸਟ ਕੀਤੇ ਗਏ ਨੇ। ਮੁਕੱਦਮਾ ਨੰਬਰ 20 ਦੇ ਵਿੱਚ 3 ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ, ਜਿਨ੍ਹਾਂ ਦਾ ਨਾਮ ਹਰਦੀਪ ਸਿੰਘ ਉਰਫ ਮੋਣੀ, ਗੁਰਮੇਲ ਸਿੰਘ ਉਰਫ ਗੇਲੀ ਅਤੇ ਅਰਸ਼ਦੀਪ ਸਿੰਘ ਉਰਫ ਅੰਮ੍ਰਿਤਪਾਲ ਸਿੰਘ ਇਹ ਗ੍ਰਿਫਤਾਰ ਕੀਤੇ ਗਏ ਨੇ ਤੇ ਇਹਨਾਂ ਦੇ ਕੋਲੋਂ ਟੋਟਲ 7 ਮੋਬਾਈਲ ਫੋਨ ਬਰਾਮਦ ਹੋਏ ਨੇ, ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਸਨੈਚ ਕੀਤੇ ਸੀ ਤੇ ਇਹਨਾਂ ਦੀ ਗ੍ਰਿਫਤਾਰੀ ਦਾਣਾ ਮੰਡੀ ਬਠਿੰਡਾ ਵਿਖੇ ਹੋਈ ਹੈ। ਤੇ ਇਸ ਤੋਂ ਇਲਾਵਾ ਇੱਕ 21 ਨੰਬਰ ਮੁਕੱਦਮਾ ਜਿਹੜਾ ਅਣਪਛਾਤਿਆਂ ਤੇ ਦਰਜ ਕੀਤਾ ਗਿਆ ਸੀ, ਚੋਰੀ ਦਾ ਮੁਕੱਦਮਾ, ਉਸ ਦੇ ਵਿੱਚ ਕਾਰਵਾਈ ਕਰਦਿਆਂ 3 ਟੋਟਲ ਪਹਿਲਾਂ ਜਿਹੜੇ ਚੋਰ ਸੀ ਜਿਨ੍ਹਾਂ ਨੇ ਮੋਟਰਸਾਈਕਲ ਚੋਰੀ ਕੀਤੇ ਜਾਂ ਗੱਡੀਆਂ ਚੋਰੀ ਕੀਤੀਆਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਫਿਰ ਉਹਨਾਂ ਦੀ ਪੁੱਛਗਿੱਛ ਦੇ ਆਧਾਰ ਤੇ ਅਸੀਂ ਇੱਕ ਸਕ੍ਰੈਪ ਡੀਲਰ, ਇੱਕ ਮਕੈਨਿਕ ਤੇ ਟੋਟਲ 2 ਸਕ੍ਰੈਪ ਡੀਲਰ ਤੇ ਇੱਕ ਮਕੈਨਿਕ ਨੂੰ ਅਸੀਂ ਅਰੈਸਟ ਕੀਤਾ ਹੈ ਤੇ ਨੋਮੀਨੇਟ ਕੀਤਾ ਹੈ। ਉਹ ਜਿਹੜਾ ਸਕ੍ਰੈਪ ਡੀਲਰ ਸੀ ਉਹ ਜਿਵੇਂ ਗੱਡੀ ਆਉਂਦੀ ਸੀ ਜਾਂ ਮੋਟਰਸਾਈਕਲ ਆਉਂਦੀ ਸੀ ਉਹਨਾਂ ਨੂੰ ਪਾਰਟਸ 'ਚ ਤੋੜ ਕੇ ਉਹਨਾਂ ਨੂੰ ਵੱਖਰੀ ਥਾਵਾਂ 'ਤੇ ਵੇਚਣ ਲਈ ਉਹਨਾਂ ਨੂੰ ਕਿ ਉਹਦੀ ਰਿਕਵਰੀ ਨਾ ਹੋ ਸਕੇ ਤੇ ਉਹਨੂੰ ਉਹਦਾ ਵੱਖਰੇ ਪਾਰਟਸ ਦੇ ਰੂਪ ਵਿੱਚ ਅੱਗੇ ਵੇਚਿਆ ਜਾਂਦਾ ਸੀ। ਤੇ ਟੋਟਲ ਇਹਨਾਂ ਦੋਵੇਂ ਮੁਕੱਦਮਿਆਂ 'ਚ ਅਸੀਂ 9 ਬੰਦੇ ਟੋਟਲ ਅਰੈਸਟ ਕੀਤੇ ਨੇ ਤੇ ਉਹਨਾਂ ਕੋਲੋਂ 7 ਮੋਬਾਈਲ ਫੋਨ ਜਿਹੜੇ ਪਹਿਲੇ FIR 'ਚ ਸੀ ਤੇ 3 ਮੋਟਰਸਾਈਕਲ ਜਿਹੜੇ ਚੋਰਾਂ ਤੋਂ ਪ੍ਰੋਪਰ ਸਹੀ ਹਾਲਤ 'ਚ ਬਰਾਮਦ ਹੋਏ ਨੇ ਤੇ 2 ਮੋਟਰਸਾਈਕਲ ਦੇ ਵੱਖਰੇ ਮੋਟਰਸਾਈਕਲਾਂ ਦੇ ਪਾਰਟਸ ਤੇ ਇੱਕ ਆਲਟੋ ਗੱਡੀ ਦੇ ਪਾਰਟਸ ਜੋ ਮਕੈਨਿਕ ਤੇ ਇਹਨਾਂ ਨੇ ਸਕ੍ਰੈਪ ਡੀਲਰਸ ਨੇ ਉਹ ਵੱਖਰੇ ਪਾਰਟਸ ਉਹਨਾਂ ਨੂੰ ਤੋੜਿਆ ਸੀ, ਉਹਨਾਂ ਦੇ ਪਾਰਟਸ ਰਿਕਵਰ ਹੋਏ ਨੇ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਮੋਦੀ ਸਰਕਾਰ ਦੇ 2023-24 ਦੇ ਬਜਟ ਤੇ ਬੋਲਦਿਆਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਸੈਯਦ ਜ਼ਫਰ ਇਸਲਾਮ ਨੇ ਕਿਹਾ ਕਿ ਕੇਂਦਰੀ ਬਜਟ ਵਿੱਚ ਮਹਿਲਾ ਸਸ਼ਕਤੀਕਰਨ ਤੇ ਦੇਸ਼ ਨੂੰ ਵਿਕਾਸ ਦੇ ਰਾਹ ਤੇ ਤੇਜ਼ੀ ਨਾਲ ਅੱਗੇ ਵਧਣ ਦਾ ਰਾਹ ਪੱਧਰਾ ਕੀਤਾ ਗਿਆ ਹੈ। ਜ਼ਿਲ੍ਹਾ ਭਾਜਪਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਭਾਜਪਾ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਉਲੀਕੀ ਗਈ ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ਦੇ ਕੌਮੀ ਬੁਲਾਰੇ ਸੈਯਦ ਜ਼ਫਰ ਇਸਲਾਮ ਨੇ ਕਿਹਾ ਕਿ ਇਹ ਕੇਂਦਰੀ ਬਜਟ ਅਗਲੇ 25 ਸਾਲਾਂ ਲਈ ਭਾਰਤ ਦੀ ਤਰੱਕੀ ਅਤੇ ਭਾਰਤ ਨੂੰ ਵਿਸ਼ਵ ਸ਼ਕਤੀ ਅਤੇ ਵਿਸ਼ਵ ਗੁਰੂ ਦੀ ਨੀਂਹ ਰੱਖੇਗਾ। और इसीलिए आपने देखा होगा कि इस पूरे बजट में जो 4 चीज़ें जो बहुत प्रमुखता से जो देखी गई हैं, जिसके बारे में चर्चा की गई, जो हमारी जिस अपॉर्चुनिटीज़ को आगे हमारी सरकार इस पूरे इसमें बजट के में जो पेश हुआ है उसके द्वारा आगे बढ़ाना चाहती है, वो है कि महिलाओं को सशक्त बनाना है। जो सेल्फ हेल्प ग्रुप के द्वारा जो ग्रीन ग्रोथ जो है, हरित जो है उसका विकास करना है, उसकी फोकस है। युवाओं को जो है आगे बढ़ाना है, उसके बारे में चिंता की गई है। और जो टूरिज़्म के बारे में जो बहुत बड़ा फोकस है कि टूरिज़्म जो है हमारे देश में आगे बढ़े, इस बजट में भी उसका जिक्र है कि 50 ऐसी जगह, इसके डिटेल्स अभी आते रहेंगे, लेकिन टूरिज़्म को बहुत बड़ा महत्व है और टूरिज़्म को के माध्यम से देश को आगे पहुंचाना है, ये जो है हमारी कोशिश है। लेकिन बजट का जो अगर आप पूरे बजट को अगर आप एनालाइज किए तो उसका जो मिशन है और उसका जो विज़न है, उसकी जो प्राथमिकता है, वो सबसे ज़्यादा जो है वंचितों को, किसानों को, बुज़ुर्गों को, महिलाओं को, चाहे वो युवा हो, चाहे वो SC ST हो, सभी वर्गों के लिए को आगे बढ़ाने का, और ख़ासकर दिव्यांग को, ऐसे गरीब अति गरीब जो लोग हैं, जो बहुत गरीब तबके से आते हैं, उनके लिए, पिछड़े लोगों के लिए, और जो है नॉर्थ ईस्ट में रहने वाले या यूनियन टेरिटरीज में रहने वाले या फिर ऐसे पहाड़ी इलाकों में रहने वाले, उन सब के बारे में इस पे चिंता की गई है। हमने कोशिश की है और इसमें प्रायोरिटीज़ भी जो है, जो मुख्यतः जो कोशिश में इन सभी वर्गों को लेते हुए
जो कोशिश, जो पहला जो ऑब्जेक्टिव है सरकार का कि इंक्लूसिव डेवलपमेंट होना चाहिए। कोई भी विकास जो है इंक्लूसिव होना चाहिए, ऐसा नहीं। अब देखिए, अगर आप पिछले दिनों में आप जाएं तो आपको समझ में आएगा कि जैसे हमने इंक्लूसिव डेवलपमेंट जब बोलते हैं सभी लोगों का समावेशी विकास होना चाहिए, तो उससे दिखा है कि हमने जिनके पास जनधन अकाउंट नहीं थे उनके जनधन अकाउंट खुलवाए ताकि अनबैंक्ड लोगों को बैंकिंग के साथ जोड़ा जाए, मुख्य धारा से जोड़ा जाए। उसी तरह से जिनके पास शौचालय नहीं थे, महिलाओं के मान सम्मान में हमने शौचालय दिए और घर तक शौचालय। जिनके पास पीने के पानी नहीं थे उनको हम पानी एक मिशन के तौर पे एक नई मिनिस्ट्री बनाई और नल से जल देने का काम जो किया है। उसी तरह ਸਰਕਾਰ ਸੂਬੇ ਨੂੰ ਅਗਲਾ ਪੰਜਾਬ ਬਣਾਉਣ ਦੇ ਲਈ ਵਚਨਬੱਧ ਹੈ। ਪ੍ਰਗਟਾਵਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਪਿੰਡ ਚਨਾਰਥਲ ਕਲਾਂ ਵਿਖੇ ਮਾਰਕੀਟ ਕਮੇਟੀ ਚਨਾਰਥਲ ਕਲਾਂ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਕਰਦੇ ਸਮੇਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਉਤਾਵਲੇ ਨਹੀਂ ਹੋਣਾ ਚਾਹੀਦਾ। ਸਰਕਾਰ ਵੱਲੋਂ ਸਾਰੇ ਵਿਕਾਸ ਕਾਰਜ ਕਰਵਾਏ ਜਾਣਗੇ। ਜੇਕਰ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਤੇ ਝਾਤ ਮਾਰੀ ਜਾਵੇ ਤਾਂ ਪਤਾ ਚੱਲਦਾ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਸਾਰਿਆਂ ਨਾਲੋਂ ਵਧੀਆ ਕੰਮ ਕੀਤਾ ਗਿਆ ਹੈ, ਉਹ ਵੀ 1 ਸਾਲ ਦੇ ਵਿੱਚ। ਪਿੰਡ ਚਨਾਥਲ ਕਲਾਂ ਵਿਖੇ ਨਵੀਂ ਮਾਰਕੀਟ ਕਮੇਟੀ ਦੀ ਜਿਹੜੀ ਇਮਾਰਤ ਹੈ ਉਹਦਾ ਉਦਘਾਟਨ ਕੀਤਾ ਗਿਆ। ਇਹ ਇਮਾਰਤ 1 ਕਰੋੜ 66 ਲੱਖ ਰੁਪਏ ਦੀ ਬਣਾਈ ਹੈ। ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਹੜਾ ਨਿਸ਼ਚਾ ਹੈ ਕਿ ਅਸੀਂ ਲੋਕਾਂ ਨੂੰ ਹਰ ਇੱਕ ਤਰ੍ਹਾਂ ਦੀ ਸਹੂਲਤ ਦਈਏ, ਉਹਦੇ ਤਹਿਤ ਹੀ ਇਹ ਜਿਹੜੀ ਮਾਰਕੀਟ ਕਮੇਟੀ ਦਾ ਜਿਹੜਾ ਅੱਜ ਅਸੀਂ ਉਦਘਾਟਨ ਕੀਤਾ, ਜਿਹਦੇ ਵਿੱਚ ਸਾਡੇ ਕਿਸਾਨ ਵੀਰਾਂ ਲਈ ਔਰ ਸਾਡੇ ਆੜ੍ਹਤੀਆਂ ਲਈ, ਸਾਡੇ ਇੱਥੋਂ ਦੇ ਮੁਲਾਜ਼ਮ, ਚੇਅਰਮੈਨ, ਵਾਈਸ ਚੇਅਰਮੈਨ, ਸਾਡੇ ਮਾਰਕੀਟ ਕਮੇਟੀ ਦੇ ਮੈਂਬਰ ਸਾਹਿਬਾਨਾਂ ਲਈ ਪੂਰਾ ਚੰਗੀ ਤਰ੍ਹਾਂ ਪ੍ਰਬੰਧ ਕੀਤਾ ਗਿਆ। ਮੀਟਿੰਗਾਂ ਦਾ ਪ੍ਰਬੰਧ, ਉਹਨਾਂ ਦਾ ਸਾਰੇ ਰੂਮ ਮਾਡਰਨ ਤਰੀਕੇ ਨਾਲ ਬਣਾਏ ਗਏ ਨੇ ਔਰ ਮੈਨੂੰ ਖੁਸ਼ੀ ਹੋਈ ਹੈ ਕਿ ਜਿਹੜੀ ਸਾਡੇ ਇਹ ਇਲਾਕੇ ਦੀ ਬਹੁਤ ਵਧੀਆ ਜਿਹੜੀ ਇਮਾਰਤ ਬਣੀ ਆ। ਤੁਸੀਂ ਸਾਰੇ ਰੋਜ਼ ਟੀਵੀ ਤੇ ਦੇਖਦੇ ਹੋ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਜਿਹੜਾ ਨਿਸ਼ਚਾ ਹੈ ਕਿ ਪੰਜਾਬ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ, ਉਹਦੇ ਤਹਿਤ ਕਿਤੇ ਪੰਜਾਬ ਸਰਕਾਰ ਵੱਲੋਂ ਐਲਾਨ ਹੋ ਰਹੇ ਨੇ ਔਰ ਕਿਤੇ ਉਦਘਾਟਨ ਕੀਤੇ ਜਾ ਰਹੇ ਨੇ। ਸੋ ਪੰਜਾਬ ਨੂੰ ਪੁਰਾਣੀਆਂ ਲੀਹਾਂ ਤੇ ਲੈਣ ਲਈ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਿਨ ਰਾਤ ਕਰਕੇ ਕੰਮ ਕਰ ਰਹੇ ਨੇ। ਉਹਦੇ ਤਹਿਤ ਹੀ ਅੱਜ ਅਸੀਂ ਜਿਹੜਾ ਇਹ ਉਦਘਾਟਨ ਕੀਤਾ। ਸਤਿਕਾਰਯੋਗ ਐਮਐਲਏ ਸਰਦਾਰ ਲਖਵੀਰ ਸਿੰਘ ਰਾਏ ਨੇ ਸਾਡੇ ਮਾਰਕੀਟ ਕਮੇਟੀ ਚਨਾਥਲ ਨਵੀਂ ਬਿਲਡਿੰਗ ਦਾ ਉਦਘਾਟਨ ਕਰਿਆ। ਅਸੀਂ ਆੜ੍ਹਤੀ ਐਸੋਸੀਏਸ਼ਨ ਵੱਲੋਂ ਇਹਨਾਂ ਨੂੰ ਜੀ ਆਇਆਂ ਆਖਦੇ ਹਾਂ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਨਾਲ ਇਹਨਾਂ ਦੇ ਸਾਡੇ ਐਸਡੀਐਮ ਸਾਹਿਬ, ਸੈਕਟਰੀ ਸਾਹਿਬ, ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਪਰਮਾਜਰਾ ਜੀ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਟਾਈਮ ਕੱਢ ਕੇ ਸਾਡੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਏ ਨੇ। ਧੰਨਵਾਦ। ਫਤਿਹਗੜ੍ਹ ਸਾਹਿਬ ਪੁਲਿਸ ਨੇ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਲਈ ਪੰਚਾਇਤ ਤੋਂ ਸਹਿਯੋਗ ਲੈਣ ਦੀ ਕੜੀ ਨੂੰ ਅੱਗੇ ਤੋਰਿਆ। ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਨੇ ਪਿੰਡ ਖਰੋੜ ਵਿਖੇ ਪੰਚਾਇਤ ਨਾਲ ਮੀਟਿੰਗ ਕੀਤੀ। ਇਹ ਪਿੰਡ ਪੰਚਾਇਤ ਵੱਲੋਂ ਮਤਾ ਪਾ ਕੇ ਨਸ਼ਾ ਮੁਕਤ ਐਲਾਨਿਆ ਹੋਇਆ ਹੈ। ਐਸਐਸਪੀ ਗਰੇਵਾਲ ਨੇ ਕਿਹਾ ਕਿ ਜ਼ਿਲ੍ਹੇ ਦੇ ਹੋਰਨਾਂ ਪਿੰਡਾਂ 'ਚ ਵੀ ਸੰਪਰਕ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਜਾਗਰੂਕ ਕਰਕੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਦੀ ਕਵਾਇਦ ਜਾਰੀ ਹੈ। ਅੱਜ ਖਰੋੜੀ ਪਿੰਡ ਦੇ ਵਿੱਚ ਇੱਕ ਪਬਲਿਕ ਮੀਟਿੰਗ ਕੀਤੀ ਗਈ ਹੈ। ਇੱਕ ਨਸ਼ਾ ਮੁਕਤ ਪਿੰਡ ਹੈ ਸਾਡੇ ਇਲਾਕੇ ਦਾ, ਤੇ ਅੱਜ ਇੱਥੇ ਆਉਣ ਦਾ ਮੰਤਵ ਸਾਡਾ ਇਹ ਹੈ ਕਿ ਜੀ ਜਿਹੜੇ ਵੀ ਪਿੰਡ ਵਾਸੀ ਨੇ ਉਹਨਾਂ ਨੂੰ ਮੋਟੀਵੇਸ਼ਨ ਹੋਵੇ, ਤੇ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਇਹ ਜਿਹਾ ਅਸੀਂ ਮਤਾ ਪਵਾਈਏ ਤਾਂ ਜੋ ਜਿਹੜੀ ਮਾਨਯੋਗ ਸੀਐਮ ਸਾਹਿਬ ਦੇ ਦਿਸ਼ਾ ਨਿਰਦੇਸ਼, ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜਾ ਪੰਜਾਬ ਵੱਲੋਂ ਇੱਕ ਨਸ਼ਿਆਂ ਦੇ ਖਿਲਾਫ ਜਿਹੜੀ ਹੈ ਜੰਗ ਲੜੀ ਜਾ ਰਹੀ ਹੈ, ਉਹਦੇ ਵਿੱਚ ਵੱਧ ਤੋਂ ਵੱਧ ਪਿੰਡ ਦੇ ਲੋਕ ਨੇ ਜਿਹੜੇ ਉਹ ਜੁੜਨ। ਗੱਲ ਕੀਤੀ ਹੈ ਵੀ ਜ਼ਿਲ੍ਹੇ ਦੇ ਵਿੱਚ ਕਿੰਨੇ ਕੁ ਪਿੰਡ ਅਜਿਹੇ ਨੇ ਜਿਹੜੇ ਨਸ਼ਾ ਮੁਕਤ ਨੇ? ਜੀ ਇਹ ਜੇ ਅਸੀਂ ਤਕਰੀਬਨ ਜਿਹੜੇ 40 ਪਿੰਡ ਨੇ ਉਹਨਾਂ ਨੇ ਸਾਨੂੰ ਮਤਾ ਪਾਇਆ। ਅਸੀਂ ਮੋਟੀਵੇਟ ਕਰ ਰਹੇ ਹਾਂ ਪਿੰਡ ਜਾ ਕੇ ਕਿ ਮੈਕਸਿਮਮ ਹੋਰ ਪਿੰਡਾਂ ਦੇ ਵਿੱਚ ਅਸੀਂ ਇਹ ਮਤਾ ਪਾਈਏ। ਤੇ ਪਿੰਡਾਂ ਦੇ ਵਿੱਚ ਜਾ ਕੇ ਕਿਵੇਂ ਦਾ ਰਿਸਪਾਂਸ ਮਿਲ ਰਿਹਾ ਤੁਹਾਨੂੰ? ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੀ, ਲੋਕ ਸਾਡੇ ਨਾਲ ਜੁੜ ਰਹੇ ਨੇ। ਤੇ ਜਿਹੜੀ ਇਹ ਪੁਲਿਸ ਦੀ ਮੁਹਿੰਮ ਹੈ ਕਿ ਅਸੀਂ ਪਿੰਡ ਦੇ ਵਿੱਚ ਨਸ਼ਾ ਨਹੀਂ ਆਉਣ ਦੇਣਾ, ਤੇ ਉਸ ਚੀਜ਼ ਦੇ ਨਾਲ ਅਸੀਂ ਇੱਕ ਪਬਲਿਕ ਕੌਨਫੀਡੈਂਸ ਵੀ ਲੋਕਾਂ ਦਾ ਗੇਨ ਕਰ ਰਹੇ ਹਾਂ। ਗੱਲ ਕੀਤੀ ਹੋਵੇ ਪਿੰਡ ਵਾਲੇ ਕਿਸ ਤਰ੍ਹਾਂ ਦੀ ਮੁਸ਼ਕਿਲ ਦੱਸ ਰਹੇ ਨੇ ਜੀ? ਗੱਲ ਤੇ ਇਹ ਪਿੰਡ ਦਾ ਜੀ ਨਸ਼ਾ ਮੁਕਤ ਹੈ, ਇੱਥੇ ਕੋਈ ਮੁਸ਼ਕਿਲ ਨਹੀਂ ਇਸ ਤਰੀਕੇ। ਮਾਮਲਾ ਅੰਮ੍ਰਿਤਸਰ ਦੇ ਧੱਕਾ ਕਲੋਨੀ ਖੰਡਵਾਲਾ ਦਾ ਹੈ, ਜਿੱਥੇ ਇੱਕ 10 ਸਾਲ ਦੀ ਲੜਕੀ ਅਵਾਰਾ ਕੁੱਤਿਆਂ ਦੇ ਆਤੰਕ ਦਾ ਸ਼ਿਕਾਰ ਹੋ ਗਈ, ਜਿਸ ਦੇ ਚਲਦੇ ਇਲਾਕਾ ਨਿਵਾਸੀਆਂ ਦਾ ਅਵਾਰਾ ਕੁੱਤਿਆਂ ਨੂੰ ਲੈ ਕੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟਾਉਂਦੇ ਪ੍ਰਸ਼ਾਸਨ ਕੋਲੋਂ ਅਵਾਰਾ ਕੁੱਤਿਆਂ ਤੇ ਨਕੇਲ ਕਸਣ ਦੀ ਗੱਲ ਕੀਤੀ ਗਈ। ਇਸ ਸੰਬੰਧੀ ਪੀੜਤ ਦੇ ਪਰਿਵਾਰ ਅਤੇ ਇਲਾਕਾ ਨਿਵਾਸੀ ਨੇ ਦੱਸਿਆ ਕਿ ਸਾਡੀ 10 ਸਾਲ ਦੀ ਬੱਚੀ ਘਰੋਂ ਦੁਕਾਨ ਤੇ ਸਮਾਨ ਲੈਣ ਗਈ ਸੀ ਅਤੇ ਗਲੀ ਵਿੱਚ ਅਵਾਰਾ ਕੁੱਤੇ ਵੱਲੋਂ ਉਸ ਨੂੰ ਸ਼ਿਕਾਰ ਬਣਾਉਂਦਿਆਂ ਲੜ ਵੱਢ ਖਾਂਦੀ ਹੈ। ਇਸ ਤੋਂ 2 ਦਿਨ ਪਹਿਲਾਂ ਹੀ ਇਸ ਬੱਚੀ ਦੀ ਮਾਤਾ ਨੂੰ ਵੀ ਕੁੱਤਿਆਂ ਵੱਲੋਂ ਸ਼ਿਕਾਰ ਬਣਾਇਆ ਗਿਆ ਸੀ, ਜਿਸ ਦੇ ਚੱਲਦੇ ਲੋਕ ਇਹਨਾਂ ਅਵਾਰਾ ਕੁੱਤਿਆਂ ਤੇ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ। ਨਾਮ ਇੰਦਰਜੀਤ ਸਿੰਘ ਸੋਨੂ। ਜੀ ਕੀ ਕਹਿਣਾ ਚਾਹੁੰਦੇ ਹੋ, ਕੀ ਹੋਇਆ ਤੁਹਾਡੇ ਇਲਾਕੇ 'ਚ? ਸਾਡੇ ਇਲਾਕੇ ਮੈਂ ਧੱਕਾ ਕਲੋਨੀ 'ਚ ਰਹਿਣਾ, ਖੰਡ ਵਾਲੇ। ਇਸ ਇਲਾਕੇ ਵਿੱਚ ਕੁੱਤੇ ਵਾਰਾ ਕੁੱਤੇ ਬਹੁਤ ਜ਼ਿਆਦਾ ਹੋ ਚੁੱਕੇ ਨੇ। ਅਸੀਂ 2-3 ਵਾਰੀ ਪ੍ਰਸ਼ਾਸਨ ਨੂੰ ਕਹਿ ਚੁੱਕੇ ਆ, ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਚੁਕਾਇਆ ਜਾਵੇ, ਜਿੰਨੀ ਛੇਤੀ ਹੋ ਸਕਦਾ ਇਹਨਾਂ ਚੁੱਕਿਆ ਜਾਵੇ। ਸਾਡੇ ਨਿੱਕੇ ਨਿੱਕੇ ਬੱਚੇ ਸਾਰੇ ਪਰਿਵਾਰ ਦੇ ਮਹੱਲਾ ਪਰਿਵਾਰ ਹੈ ਸਾਡਾ ਸਾਰਾ, ਅਸੀਂ ਸਾਰੇ ਇੱਥੇ ਰਹਿੰਦੇ, ਬੱਚੇ ਨਿੱਕੇ ਆ, ਉਹਨਾਂ ਕੋਈ ਵੱਢ ਲੈਂਦਾ ਕੁੱਤਾ, ਕੋਈ ਵੱਢ ਲੈਂਦਾ ਕੁੱਤਾ। ਤੇ ਹੁਣ ਕੋ ਦਹਿਸ਼ਤ ਦਾ ਮਾਹੌਲ ਆ ਇਲਾਕੇ ਦੇ ਵਿੱਚ ਕੁੱਤਿਆਂ ਦਾ? ਦਹਿਸ਼ਤ ਦਾ ਮਾਹੌਲ ਤੇ ਬਹੁਤ ਜ਼ਿਆਦਾ ਹੈ ਜੀ। ਬੱਚਿਆਂ ਨੂੰ ਇਕੱਲਿਆਂ ਨੂੰ ਕਿਤੇ ਭੇਜ ਨਹੀਂ ਸਕਦੇ, ਸਮਾਨ ਲੈਣ, ਕੋਈ ਦੁਕਾਨ ਤੇ ਜਾਣਾ ਹੋਵੇ, ਸਕੂਲ ਜਾਣਾ ਹੋਵੇ ਕਿਤੇ, ਜਾਂ ਨਾ ਕਿਤੇ ਸਮਾਨ ਲੈਣ ਬੱਚੇ ਨੂੰ ਭੇਜਣਾ ਹੋਵੇ ਕਿਤੇ। ਕੀ ਡਰ ਲੱਗਦਾ ਜੀ, ਖੌਫ ਲੱਗਦਾ ਬੱਚਿਆਂ ਦਾ? ਬੱਚਿਆਂ ਨੂੰ ਛੱਡੋ ਜੀ, ਸਾਨੂੰ ਖੁਦ ਨੂੰ ਬੜਾ ਖੌਫ ਹੁੰਦਾ, ਬੜਾ ਡਰ ਕੇ ਲੰਘਣਾ ਪੈਂਦਾ ਕੁੱਤਿਆਂ ਕੋਲੋਂ। ਇਸ ਚੀਜ਼ ਦਾ ਬਹੁਤ ਵੇਖਣਾ ਬੜੀਆ, ਪ੍ਰਸ਼ਾਸਨ ਇਸ ਚੀਜ਼ ਦੀ ਮੰਗ ਕਰ ਚੁੱਕੇ, ਪਰ ਇਸ ਬਾਰੇ ਕੋਈ ਧਿਆਨ ਨਹੀਂ ਦੇ ਰਿਹਾ। ਤੁਹਾਡੇ ਲਾਗੇ ਅੱਜ ਹੁਣੇ ਨਵੀਂ ਵਾਰਦਾਤ ਹੋਈ ਹੈ, ਬੱਚਾ ਦੁਕਾਨ ਤੇ ਗਿਆ ਸੀ ਚੀਜ਼ ਲੈਣ ਵਾਸਤੇ, ਦੁਕਾਨ ਤੋਂ ਉੱਥੋਂ ਕੁੱਤੇ ਨੇ ਵੱਢਿਆ ਤੇ ਬੋਟੀ ਲਾ ਕੇ ਲੈ ਗਿਆ, ਉਹਦੀ ਹੱਡੀ ਨਜ਼ਰ ਆ ਰਹੀ ਹੈ, ਪਰ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਮੈਂ ਪ੍ਰਸ਼ਾਸਨ ਦੇ ਇਹ ਮੰਗ ਕਰਦਾ ਕਿ ਇਹਦੇ ਵੱਲ ਜਲਦੀ ਤੋਂ ਛੇਤੀ ਧਿਆਨ ਦਿੱਤਾ ਜਾਵੇ, ਜੋ ਕਿ ਸਾਡੇ ਬੱਚੇ ਸੇਫ ਹੋ ਸਕਣ। ਹਾਂਜੀ, ਆਪਣਾ ਨਾਮ ਦਿਓ। ਹਾਂਜੀ, ਮੇਰਾ ਨਾਮ ਸੰਨੀ ਗਏ ਜੀ ਤੇ ਮੈਂ ਢੱਕਾ ਕਲੋਨੀ 'ਚ ਰਹਿਣਾ ਹੈ ਜੀ। ਹੁਣ ਇਹ ਵਾਰਦਾਤ ਹੋਈ ਹੈ ਜੀ, ਕੁੱਤੇ ਨੇ ਵੱਢਿਆ ਮੇਰੀ ਭਾਂਜੀ ਨੂੰ। ਪਿਛਲੇ 4-5 ਦਿਨਾਂ ਪਹਿਲਾਂ ਮੇਰੀ ਸਿਸਟਰ ਨੂੰ ਵੀ ਵੱਢਿਆ ਸੀ ਤੇ ਆਪਾਂ ਪ੍ਰਸ਼ਾਸਨ ਨੂੰ ਬਹੁਤ ਮੰਗ ਕੀਤੀ ਹੈ ਕਿ ਅਵਾਰਾ ਕੁੱਤੇ ਇੱਥੋਂ ਚੁਕਾਏ ਜਾਣ, ਪਰ ਕੋਈ ਵੀ ਸੁਣਵਾਈ ਨਹੀਂ ਹੋਈ ਜੀ ਇੱਥੋਂ ਦੀ। ਤੇ ਕਿੰਨਾ ਦਹਿਸ਼ਤ ਦਾ ਮਾਹੌਲ ਹੁੰਦਾ ਤੁਹਾਡੇ? ਦਹਿਸ਼ਤ ਦਾ ਮਾਹੌਲ ਬਹੁਤ ਜ਼ਿਆਦਾ ਮਾਹੌਲ ਹੈਗਾ ਜੀ ਇੱਥੇ ਦੇ। ਇਵਨ ਡੈਡ ਕਿ ਬੱਚੇ ਇੰਨੇ ਕੁ ਡਰੇ ਪਏ ਨੇ, ਘਰੋਂ ਨਿਕਲਣਾ ਉਹਨਾਂ ਦਾ ਮੁਸ਼ਕਿਲ ਹੋ ਗਿਆ ਹੈ ਤੇ ਵੱਡੇ ਤੱਕ ਡਰਦੇ ਪਏ ਨੇ ਬੱਚੇ। ਪ੍ਰਸ਼ਾਸਨ ਨੂੰ ਇਹਦੀ ਮਿਲਿਆ ਜਾਂ ਪ੍ਰਸ਼ਾਸਨ ਨੂੰ ਕਾਰਪੋਰੇਸ਼ਨ ਨੂੰ ਕਦੀ ਬੜੀ ਵਾਰੀ ਕਿਹਾ ਜਾਂਦਾ? ਮੈਂ ਕਿ ਲੈਟਰਾਂ ਵੀ ਦਿੱਤੀਆਂ ਹੋਈਆਂ ਵਾ, ਬਟ ਕੋਈ ਹੱਲ ਨਹੀਂ ਇਹਦਾ ਨਿਕਲਿਆ ਹੋਇਆ ਵਾ। ਤੇ ਇੱਥੋਂ ਤੱਕ ਕਿ ਜੇ ਲੰਘਦੇ ਵੜਦੇ ਸਕੂਟਰ ਮੋਟਰਸਾਈਕਲਾਂ ਤੇ ਵੀ ਬੱਚਿਆਂ ਨੂੰ ਕੀ ਵੱਡਿਆਂ ਨੂੰ ਕੀ ਸਾਰਿਆਂ ਨੂੰ ਪੈਂਦੇ ਨੇ ਉਹ। ਹਾਂਜੀ ਪੁੱਤਰ, ਕੀ ਨਾਂ ਆ? ਚਾਹਤ। ਕੀ ਆ ਪੁੱਤਰ ਤੈਨੂੰ? ਮੈਨੂੰ ਕੁੱਤੇ ਨੇ ਵੱਢ ਲਿਆ ਆ। ਕਿੱਥੇ ਜਾ ਰਹੇ ਸੀ, ਕੀ ਆ ਕੀ? ਮੈਂ ਦੁਕਾਨ ਤੇ ਜਾ ਰਹੀ ਸੀ ਚੀਜ਼ ਲੈਣ। ਅੱਛਾ, ਤੇ ਫਿਰ ਕੁੱਤੇ ਨੇ ਮੈਨੂੰ ਵੱਢ ਲਿਆ ਤੇ ਕੁੱਤੇ ਨੇ ਵੱਢ ਲਿਆ। ਜਦੋਂ ਮੈਂ ਚੀਕਾਂ ਮਾਰੀਆਂ ਨਾ, ਉਦੋਂ ਸਾਰੇ ਆਏ ਤੇ ਫਿਰ ਮੈਨੂੰ ਘਰ ਛੱਡ ਕੇ ਗਏ। ਕਿੰਨੇ ਵਾਰਾ ਕੁੱਤੇ ਨੇ ਇੱਥੇ? ਇੱਥੇ ਵਾਵਾ ਵਾਰਾ ਕੁੱਤੇ ਆ। ਤੁਹਾਡੇ ਘਰ 'ਚ ਹੋਰ ਵੀ ਕਿਸੇ ਨੂੰ ਵੱਢਿਆ ਕੁੱਤੇ ਨੇ? ਮੰਮਾ ਨੂੰ ਵੱਢਿਆ ਸੀ। ਮੰਮੀ ਨੂੰ 2 ਦਿਨ ਪਹਿਲਾਂ ਵੱਢਤਾ ਸੀ ਨਾ ਕੁੱਤੇ ਨੇ? ਹਾਂਜੀ। ਤੇ ਕਿੰਨੇ ਕੋ ਵਾਰਾ ਕੁੱਤੇ ਇੱਥੇ ਪੁੱਤ? ਇਹ ਤੇ ਨਹੀਂ ਪਤਾ। ਬਹੁਤ ਜ਼ਿਆਦਾ ਹੈ ਨਾ? ਹਾਂਜੀ। ਤੇ ਚੁੱਕਣ ਨਹੀਂ ਆਉਂਦਾ ਕੋਈ? ਇਹ ਪਹਿਲਾਂ ਲੈ ਕੇ ਗਏ ਸੀ, ਫਿਰ ਛੱਡ ਗਏ ਸੀ। ਹਾਂ, ਤੇ ਕੀ ਮਾਸ ਹੀ ਲਾ ਕੇ ਲੈ ਗਏ? ਹਾਂਜੀ। ਕਿੱਦਾਂ? ਉਹ ਐ ਬਾਈਟ ਕਰਕੇ ਤਾਂ ਲੈ ਚੱਲ ਗਿਆ। ਅੰਮ੍ਰਿਤਸਰ ਦੇ ਫਤਿਹਗੜ੍ਹ ਚੂੜੀਆਂ ਰੋਡ ਤੇ ਸਥਿਤ ਸਪਰਿੰਗਡੇਲ ਸਕੂਲ ਦੇ ਬਾਹਰ ਪਾਰਕਿੰਗ ਸਮੱਸਿਆ ਦਾ ਮਾਮਲਾ ਕਾਫੀ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ, ਜਿਸ ਸੰਬੰਧੀ ਅੱਜ ਭਾਰਤੀ ਕਿਸਾਨ ਜਥੇਬੰਦੀ ਦੇ ਆਗੂਆਂ ਵੱਲੋਂ ਸਕੂਲ ਦੇ ਬਾਹਰ ਲਗਾਇਆ ਧਰਨਾ ਪ੍ਰਦਰਸ਼ਨ ਕਰ ਇੱਥੇ ਪਾਰਕਿੰਗ ਸਮੱਸਿਆ ਦਾ ਹੱਲ ਕਰਨ ਦੀ ਮੰਗ ਕੀਤੀ ਜਾਂਦੀ ਹੈ, ਜਿਸ ਸੰਬੰਧੀ ਮੌਕੇ ਤੇ ਪਹੁੰਚੇ ADCP ਟ੍ਰੈਫਿਕ ਅਮਨਦੀਪ ਕੌਰ ਵੱਲੋਂ ਕਿਸਾਨ ਜਥੇਬੰਦੀਆਂ ਅਤੇ ਸਕੂਲ ਪ੍ਰਸ਼ਾਸਨ ਨਾਲ ਗੱਲਬਾਤ ਕਰ ਜਲਦ ਇਸ ਮਸਲੇ ਦਾ ਹੱਲ ਕੱਢਣ ਦਾ ਆਸ਼ਵਾਸਨ ਦਿੱਤਾ ਜਾਂਦਾ ਹੈ। ਮੈਂ ਕਰਮਜੀਤ ਸਿੰਘ ਨੰਗਲੀ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਭਾਰਤੀ ਕਿਸਾਨ ਜਥੇਬੰਦੀ ਦਾ ਹੱਲ ਕਰੋ। ਸਾਡਾ ਇਹ ਫਤਿਹਗੜ੍ਹ ਚੂੜੀਆਂ ਰੋਡ ਤੇ ਨਾ ਇੱਕ ਬੜਾ ਪੁਰਾਣਾ ਮਸਲਾ ਜੀ, ਇਹ ਸਕੂਲ ਸਪਰਿੰਗਡੇਲ ਸਕੂਲ ਜਿਹੜਾ ਕਾਫੀ ਮਹਿੰਗਾ ਤੇ ਬਹੁਤ ਜ਼ਿਆਦਾ ਮਤਲਬ ਜਿਹੜਾ ਹੈਗਾ ਵਾ ਇਹ ਇੱਥੇ ਚੱਲਦਾ, ਪਰ ਇੱਥੇ ਵੱਡੀ ਪ੍ਰੋਬਲਮ ਆ ਵੀ ਸਕੂਲ ਦੀ ਕੋਈ ਜਿਹੜੀ ਆ ਨਾ ਉਹ ਆਪਣਾ ਇੱਥੇ ਪਾਰਕਿੰਗ ਨਹੀਂ ਹੈਗੀ ਸਕੂਲ ਦੀ। ਉਹਦੇ ਕਰਕੇ ਜਿਹੜਾ ਇਹ ਮਸਲਾ ਵਾ, ਇੱਥੋਂ ਦੇ ਇਲਾਕੇ ਦੇ ਕੋਈ 30 ਪਿੰਡ ਵਾ ਤੇ ਲਾਗੇ ਇੱਥੇ 6-7 ਕਲੋਨੀਆਂ ਵਾ, ਉਹਨਾਂ ਦੇ ਵਿੱਚ ਏਡੀ ਵੱਡੀ ਸਮੱਸਿਆ ਵਾ ਵੀ ਕੋਈ ਬਿਮਾਰ ਹੋ ਜੇ, ਜਿੰਨਾ ਚਿਰ ਸਵੇਰੇ 8 ਵਜੇ ਤੋਂ ਲੱਗ ਕੇ ਸ਼ਾਮ ਦੇ 4 ਵਜੇ ਤੱਕ ਸਕੂਲੇ ਛੁੱਟੀ ਨਹੀਂ ਹੁੰਦੀ, ਉਹਨਾਂ ਚਿਰ ਤੱਕ ਕੋਈ ਹਸਪੀਟਲ ਨਹੀਂ ਪਹੁੰਚ ਸਕਦਾ। ਕਿਤੇ ਦੂਜੇ ਜਿਹੜੇ ਸਕੂਲਾਂ ਦੇ ਬੱਚੇ ਆ ਉਹ ਆਪਣੇ ਟਾਈਮ ਤੇ ਨਹੀਂ ਪਹੁੰਚ ਸਕਦੇ ਸਕੂਲਾਂ ਦੇ ਵਿੱਚ। ਐਡਾ ਜ਼ਿਆਦਾ ਇੱਥੇ ਜਾਮ ਦੀ ਸਮੱਸਿਆ ਵੀ ਜਿੰਨੀਆਂ ਦੁਕਾਨਾਂ ਉਹਨਾਂ ਦੇ ਅੱਗੇ ਤਗੜੇ ਲੋਕ ਜਿਹੜੇ ਆਪਣੀਆਂ ਗੱਡੀਆਂ ਲਾ ਕੇ ਜਦੋਂ ਉਹ ਗੱਲਬਾਤ ਕਰਦੇ ਆ ਕੋਈ ਉਹਨਾਂ ਦੇ ਨਾਲ, ਤਾਂ ਉਹ ਅੱਗੇ ਆਂਦੇ ਜੋ ਤੁਹਾਡੇ ਕੋਲ ਹੁੰਦਾ ਕਰ ਲਓ, ਅਸੀਂ ਤੇ ਬੱਚੇ ਸਕੂਲੇ ਪੜਾਉਣੇ ਤੇ ਇਸ ਤਰ੍ਹਾਂ ਹੀ ਚੱਲੂਗਾ। ਤੁਹਾਡੀ ਪਹਿਲਾਂ ਵੀ ਕੋਈ ਮੀਟਿੰਗ ਹੋਈ ਸੀ ਸਕੂਲ ਦੇ ਨਾਲ? ਇਹ ਪਿਛਲੇ 1.5 ਸਾਲ ਤੋਂ ਚੱਲ ਰਿਹਾ ਜੀ। ਉਦੋਂ ਸਰਦਾਰ ਸਰਬਜੀਤ ਸਿੰਘ ਬਾਜਵਾ DSP ਹੁੰਦੇ, ਉਹਨਾਂ ਵਿੱਚ ਪਿਆ ਤੇ ਉਹਨਾਂ ਨੇ ਕਮਿਸ਼ਨਰ ਸਾਹਿਬ ਨੇ ਡਿਊਟੀ ਲਾਈ, ਪਰ ਉਦੋਂ ਛੁੱਟੀਆਂ ਆਉਣੀਆਂ ਗਰਮੀ ਦੀਆਂ। ਇਹਨਾਂ ਨੇ ਕਿਹਾ ਵੀ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਜਿਹੜਾ ਵਾ ਉਹ ਆਪਾਂ ਬਿਲਕੁਲ ਮਸਲਾ ਹੱਲ ਕਰ ਦਾਂਗੇ। ਫਿਰ ਉਦੋਂ ਬਾਅਦ ਵੀ ਅਸੀਂ ਮੀਟਿੰਗਾਂ ਕਰਦੇ ਰਹੇ ਆ, ਪਰ ਸਿਆਲ ਦੀਆਂ ਛੁੱਟੀਆਂ ਵੀ ਲੰਘ ਗਈਆਂ, ਹੁਣ ਦੁਬਾਰਾ ਸਕੂਲ ਚਾਲੂ ਹੋ ਗਿਆ। ਇਹਦੇ ਵਿੱਚ ਕੋਈ 19-21 ਦਾ ਵੀ ਨਹੀਂ ਫਰਕ ਪਿਆ। ਅੱਜ ਵੱਡੇ ਤੋਂ ਪਹਿਲਾਂ ਕਿਸੇ ਪ੍ਰਸ਼ਾਸਨ ਅਧਿਕਾਰੀ ਜਾਂ ਕਿਸੇ ਮੰਤਰੀ ਮੰਡਲ 'ਚ ਕਿਸੇ ਨਾਲ ਗੱਲ ਹੋਈ ਤੁਹਾਡੀ ਕਿ ਉਧਰਲੇ ਪਾਸੇ ਲੈ ਕੇ ਜਾਇਆ ਜਾਂਦਾ ਮਸਲਾ? ਜੇ ਅਸੀਂ ਇਹ ਗੱਲ DC ਸਾਹਿਬ ਕੋਲ ਲੈ ਕੇ ਜਾਂਦੇ ਆ ਜੀ, ਵੀ DC ਸਾਹਿਬ ਸਾਡੇ ਉਹ ਇਲਾਕੇ ਦੇ ਵਿੱਚ ਇਹ ਮਤਲਬ ਇੱਥੋਂ ਤੱਕ ਵੀ ਹੋਇਆ ਕਿ ਜਿਹੜੇ ਲੰਮਾ ਰਸਤਾ ਜੀ ਇਹ ਡੇਰੇ ਬਾਬੇ ਨਾਨਕ ਤੱਕ ਜਾਂਦਾ, ਸਾਰੀਆਂ ਵੈਨਾਂ ਜਿਹੜੀਆਂ ਵਾ ਨਾ ਐਂਬੂਲੈਂਸ ਇਸੇ ਰਾਹ ਜ਼ਿਆਦਾ ਆਉਂਦੀਆਂ ਤੇ ਇੱਥੇ 2-3 ਵਾਰੀ ਇੱਥੇ ਮਰਗਾਂ ਵੀ ਹੋ ਗਿਆ। ਪਿਛਲੇ ਜੇ ਇੱਕ ਇਹੋ ਜਿਹਾ ਕੇਸ ਆਇਆ ਵੀ ਜਿਹਦੇ ਵਿੱਚ
ਐਂਬੂਲੈਂਸ ਤੇ ਖੜਕਾ ਕੇ ਦਰਵਾਜ਼ਾ ਤੇ ਉਹਨਾਂ ਲੋਕਾਂ ਨੇ ਮਦਦ ਮੰਗੀ ਤੇ ਲੋਕਾਂ ਦੇ ਡਰ ਇਹਨਾਂ ਕੋਈ ਛੇਤੀ ਕੀਤਾ ਮਦਦ ਕਰਨ ਨਾਲ ਨਿਕਲਦਾ ਨਹੀਂ। ਇੱਕ ਵੀਰ ਨੇ ਐਕਟਿਵਾ ਜਿਹੜਾ ਉੱਤੇ ਉਹ ਮਰੀਜ਼ ਨੂੰ ਬਿਠਾਇਆ, ਮਗਰ ਉਹਨਾਂ ਦੀ ਜਿਹੜੀ ਕੋਈ ਘਰ ਦੇ ਪਰਿਵਾਰ ਹੀ ਉਹਨਾਂ ਨੇ ਇੱਕ ਜੀ ਨੂੰ ਬਿਠਾਇਆ, 3 ਜਣੇ ਹੋ ਗਏ। ਬਾਈਪਾਸ ਤੇ ਜਾ ਕੇ ਜਿਹੜਾ ਵਾ ਉਹ ਬੰਦਾ ਸਰੀਰ ਛੱਡ ਗਿਆ। ਉਹਨਾਂ ਨੇ ਮਗਰੋਂ ਚੀਕ ਮਾਰੀ, ਉਹਨਾਂ ਦਾ ਐਕਸੀਡੈਂਟ ਵੀ ਬਣ ਗਿਆ ਉੱਥੇ ਵੀ ਜਦੋਂ ਇਹ ਗੱਲ ਬਣੀ। ਪਰ ਇਹਨਾਂ ਨਾਲ ਕੋਈ ਇੱਥੇ ਫਰਕ ਨਹੀਂ ਪੈਂਦਾ ਵੀ ਇੱਥੇ ਕੀ ਬਣ ਰਿਹਾ। ਤੇ ਜਦੋਂ ਡੀਸੀ ਸਾਹਿਬ ਨਾਲ ਗੱਲ ਕਰਦੇ ਹੋ ਕਹਿੰਦੇ ਵੀ ਤੁਸੀਂ ਇਕੱਲੇ ਸਪਰਿੰਗਡੇਲ ਦੀ ਗੱਲ ਕਰਦੇ ਜੇ ਤੇ ਤੁਹਾਡੇ ਦੇ ਸਾਰੇ ਪਾਸੇ ਇਹੋ ਹਾਲ ਹੈ। ਇਹ ਗੱਲ ਕਹਿ ਕੇ ਉਹ ਪੱਲਾ ਝਾੜ ਦਿੰਦੇ ਆ। ਐਕਚੁਅਲੀ ਇਹ ਨਾ ਕਾਫੀ ਸਮੇਂ ਤੋਂ ਇਹਨਾਂ ਦਾ ਕਿਸਾਨਾਂ ਦਾ ਸੀਗਾ ਕਿ ਜਿਹੜੇ ਇੱਥੇ ਸਕੂਲ ਦੇ ਕਾਰਨ ਕਾਫੀ ਜਿਹੜਾ ਟ੍ਰੈਫਿਕ ਜਾਮ ਰਹਿੰਦਾ ਵਾ। ਅੱਜ ਉਹਨਾਂ ਦੇ ਨਾਲ ਗੱਲਬਾਤ ਕਰਕੇ ਮੈਨੇਜਮੈਂਟ ਨਾਲ ਵੀ ਗੱਲਬਾਤ ਕੀਤੀ ਸੀਗੀ, ਜਿਹਦੇ ਵਿੱਚ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਵਾ ਕਿ ਅੱਗੇ ਤੋਂ ਬਾਅਦ ਰੋਡ ਜਿਹੜਾ ਉਹ ਬਿਲਕੁਲ ਖਾਲੀ ਹੋਊਗਾ। ਜਿਹੜੇ ਦੇ ਸਟਾਫ ਦੀਆਂ ਔਰ ਸਕੂਲ ਵੈਨਸ ਦਾ ਸਾਰੀਆਂ ਅੰਦਰ ਪਾਰਕ ਕਰਿਆ ਕਰਨਗੀਆਂ, ਨਾ ਹੀ ਕਿਤੇ ਕਲੋਨੀ ਵਿੱਚ ਗੱਡੀਆਂ ਲੱਗਣਗੀਆਂ। ਔਰ ਮੈਨੇਜਮੈਂਟ ਨਾਲ ਇਹ ਗੱਲ ਹੋ ਗਈ ਆ, ਅਸੀਂ ਆਪਣੀ ਟ੍ਰੈਫਿਕ ਪੁਲਿਸ ਵੀ ਲਾਵਾਂਗੇ ਤੇ ਇਹ ਜਿਹੜਾ ਵਾ ਇਹਨਾਂ ਦੇ ਸਿਕਿਉਰਿਟੀ ਗਾਰਡ ਵੀ ਲਾਵਾਂਗੇ ਤਾਂ ਜੋ ਅੱਗੇ ਤੋਂ ਇਹੋ ਜਿਹੀ ਪ੍ਰੋਬਲਮ ਇਹਨਾਂ ਨੂੰ ਨਾ ਸਾਹਮਣਾ ਕਰਨਾ ਪਵੇ। ਕੁਝ ਲੋਕਾਂ ਦੇ ਦੋਸ਼ੀ ਵੀ ਟ੍ਰੈਫਿਕ ਪੁਲਿਸ ਜਿਹੜੀ ਆ ਧੱਕੇ ਦਾ ਚਲਾਨ ਕੀਤੀ ਜਾਂਦੇ ਆ ਹਾਲ ਬਾਜ਼ਾਰ ਜਾਂ ਹੋਰ ਜਗ੍ਹਾ ਤੇ, ਪਰ ਜਦੋਂ ਇਸ ਰੋਡ ਦੇ ਉੱਤੇ ਲੋਕ ਗੱਡੀਆਂ ਲਾ ਕੇ ਜਾਂਦੇ ਬੱਚੇ ਛੱਡ ਕੇ ਜਾਂਦੇ ਉਹਨਾਂ ਦੇ ਚਲਾਨ ਨਹੀਂ ਕੱਟੇ ਜਾਂਦੇ। ਮੇਰੇ ਵੱਲੋਂ ਹੁਣ ਪਾਉਂਗੀ ਇੱਥੇ ਇਹ ਕੱਲ ਤੋਂ ਸ਼ੁਰੂ ਕਰੂੰਗੀ, ਹਫ਼ਤੇ ਵਿੱਚ 2 ਦਿਨ ਜ਼ਰੂਰ ਇੱਥੇ ਆਇਆ ਕਰੂੰਗੀ। ਮੈਂ ਟਾਈਮਿੰਗ ਦੇ ਚੇਂਜ ਕਦੀ ਸਵੇਰੇ ਆ ਗਈ ਕਦੀ ਸ਼ਾਮ ਨੂੰ ਆ ਗਈ। ਸਾਰਿਆਂ ਵਾਸਤੇ ਇੱਕੋ ਜਿਹਾ ਰੂਲ ਹੈ। ਅੰਮ੍ਰਿਤਸਰ ਦੇ ਵਿੱਚ ਕੋਈ ਹਾਲਗੇਟ ਨਹੀਂ, ਕੋਈ ਇੱਥੋਂ ਦਾ ਨਹੀਂ, ਕਿਸੇ ਨੂੰ ਕੋਈ ਐਕਸਕਿਊਜ਼ ਨਹੀਂ ਹੈਗਾ। ਜਿਹਦੇ ਚਲਾਨ ਹੋਣਗੇ ਸਭ ਦੇ ਹੋਣ। ਮੈਕਸਿਮੇਰੀ ਸਕੂਲ ਦੇ ਵਿਦਿਆਰਥੀਆਂ ਨੂੰ ਨੈਸ਼ਨਲ ਇੰਸਟੀਚਿਊਟ ਆਫ ਆਲ ਇੰਡੀਆ ਸਿਟੀਜ਼ਨਸ ਡਿਵੈਲਪਮੈਂਟ ਸੈਂਟਰ ਦੁਆਰਾ ਆਯੋਜਿਤ ਆਲ ਇੰਡੀਆ ਡਰਾਇੰਗ, ਹੈਂਡ ਰਾਈਟਿੰਗ ਅਤੇ ਲੇਖ ਲਿਖਣ ਮੁਕਾਬਲੇ 2022 ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਗਿਆ। ਇਸ ਖੁਸ਼ੀ ਨੂੰ ਮੁੱਖ ਅਧਿਆਪਕਾ ਜੀ ਨੇ ਸਵੇਰ ਦੀ ਸਭਾ ਦੌਰਾਨ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ ਸਾਂਝਾ ਕੀਤਾ ਤੇ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ ਗਈ। ਮੁੱਖ ਅਧਿਆਪਕਾ ਸ਼੍ਰੀਮਤੀ ਸਿਮਰਨ ਅਰੋੜਾ ਵੱਲੋਂ ਵਿਦਿਆਰਥੀਆਂ ਨੂੰ ਇਨਾਮ ਵਿੱਚ ਪ੍ਰਾਪਤ ਸਰਟੀਫਿਕੇਟ ਅਤੇ ਤਗਮੇ ਵੀ ਵੰਡੇ ਗਏ। ਜਿੱਤਣ ਵਾਲੇ ਵਿਦਿਆਰਥੀਆਂ ਦੇ ਚਿਹਰੇ ਤੇ ਜਿੱਤ ਦੀ ਰੌਣਕ ਵੇਖਣ ਵਾਲੀ ਸੀ। ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਛੁਪੀਆਂ ਕਲਾਵਾਂ ਨੂੰ ਉਜਾਗਰ ਕਰਦੇ ਹਨ। ਇਸ ਨੂੰ ਹੋਰ ਵਿਦਿਆਰਥੀਆਂ ਨੂੰ ਵੀ ਅੱਗੇ ਆਉਣ ਦੀ ਪ੍ਰੇਰਨਾ ਮਿਲਦੀ ਹੈ। ਕੈਬਨਿਟ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਨੇ ਖੰਨਾ ਦਾ ਦੌਰਾ ਕੀਤਾ। ਉਹਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਲੋਕਾਂ ਦੇ ਟੈਕਸ ਦਾ ਪੈਸਾ ਉਹਨਾਂ ਤੇ ਹੀ ਖਰਚ ਕਰ ਰਹੀ ਹੈ। ਪੰਜਾਬ ਨੇ ਮੁੜ ਲੀ ਤੇ ਲਿਆਂਦਾ ਜਾ ਰਿਹਾ। ਉਹਨਾਂ ਕਿਹਾ ਕਿ ਸਰਕਾਰ ਨੇ ਲੋਕਾਂ ਨੂੰ ਮੁਫਤ ਬਿਜਲੀ ਦੇ ਕੇ ਗਰੰਟੀ ਪੂਰੀ ਕਰ ਦਿੱਤੀ। ਹੋਰ ਗਰੰਟੀ ਵੀ ਜਲਦੀ ਹੀ ਪੂਰੀਆਂ ਕੀਤੀਆਂ ਜਾਣਗੀਆਂ। ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਮੰਤਰੀ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਦਾਇਰੇ 'ਚ ਨਹੀਂ ਆਉਂਦਾ। ਉਹ ਇਸ ਬਾਰੇ ਕੁਝ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਪੰਜਾਬ ਦੇ ਲੋਕਾਂ ਲਈ ਹਮੇਸ਼ਾ ਕੰਮਾਂ ਲਈ ਤਤਪਰ ਨੇ। ਉਹਨਾਂ ਨੇ ਹੁਣ ਤੱਕ ਹਜੇ ਸਾਲ ਨਹੀਂ ਹੋਇਆ 26,000 ਦੇ ਕਰੀਬ ਜਿਹੜੀ ਪੋਸਟ ਜਿਹੜੀ ਫਿਲਅਪ ਕੀਤੀਆਂ ਨੇ, ਭਰੀਆਂ ਨੌਕਰੀਆਂ ਦਿੱਤੀਆਂ ਨੇ ਔਰ ਉਹਦੇ ਨਾਲ ਹੀ ਕੱਚੇ ਕੰਮੇ ਪੱਕੇ ਕੀਤੇ ਨੇ। 600 ਯੂਨਿਟ ਬਿਜਲੀ ਦੀ ਹੈ ਜਿਹੜੀ ਉਹ ਪੰਜਾਬ ਦੇ ਹਰ ਇੱਕ ਨੂੰ, ਚਾਹੇ ਅਮੀਰ ਹੈ ਚਾਹੇ ਗਰੀਬ ਹੈ, ਸਭ ਨੂੰ ਫ੍ਰੀ ਦਿੱਤੀ ਹੈ। ਔਰ ਉਹਦੇ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਮਹਿਲਾ ਵਾਲਾ ਉਹ ਵੀ ਜਲਦੀ ਪੂਰਾ ਕਰਾਂਗੇ। ਔਰ ਜਿੱਥੇ ਤੱਕ ਪੰਜਾਬ ਹੈ, ਪੰਜਾਬ ਨੂੰ ਪੈਰਾਂ ਸਿਰ ਖੜਾ ਕਰਨ ਵਾਸਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਮਾਨ ਸਾਹਿਬ ਦੀ ਸਰਕਾਰ ਹੈ, ਉਹ ਦਿਨ ਰਾਤ ਇੱਕ ਕਰਕੇ ਉਹਨਾਂ ਦੇ ਮੰਤਰੀ ਨੇ ਚਾਹੇ MLA ਨੇ ਜਾਂ ਚੇਅਰਮੈਨ ਸਾਹਿਬ ਲਾਏ ਨੇ, ਉਹ ਸਾਰੇ ਇਮਾਨਦਾਰੀ ਨਾਲ ਕੰਮ ਕਰਕੇ ਜਿਹੜਾ ਪੰਜਾਬ ਨੂੰ ਸਿੱਧੇ ਰਸਤੇ ਤੇ ਲੈ ਕੇ ਆ ਰਹੇ। ਮੰਤਰੀ ਸਾਹਿਬ ਇੱਕ ਗੱਲ ਇਹ ਹੈ, ਦੇਖੋ ਪੰਜਾਬ ਦੇ ਲੋਕ ਟੈਕਸ ਭਰਦੇ ਆ। ਜਿਹੜੇ ਮਾਨ ਸਾਹਿਬ ਦੀ ਸਰਕਾਰ ਹੈ ਉਹ ਚਾਹੁੰਦੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਉਹਦਾ ਫਾਇਦਾ ਹੋਵੇ। ਸੋ ਪਿਛਲੇ ਸਮੇਂ ਦੀਆਂ ਜਿੰਨੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਪੰਜਾਬ ਵੱਲ ਖਿਆਲ ਹੀ ਨਹੀਂ ਕੀਤਾ ਹੈ। ਸੋ ਦੇਖੋ, ਨਾਲੇ ਅਸੀਂ ਕਰਜ਼ਾ ਨਹੀਂ ਚੜ੍ਹਨ ਦਿੱਤਾ ਪੰਜਾਬ ਸਿਰ, ਨਾਲੇ ਅਸੀਂ ਪੰਜਾਬ ਦੇ ਲੋਕਾਂ ਨੂੰ ਜਿਹੜੇ ਜੋ ਸਹੂਲਤਾਂ ਨੇ ਉਹ ਵੀ ਸਰਕਾਰ ਦੇ ਰਹੀ ਆ। ਸੋ ਇਸ ਕਰਕੇ ਸਾਡੀ ਕੋਸ਼ਿਸ਼ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਚੰਗੇ ਤਰੀਕੇ ਨਾਲ ਜਿਹੜਾ ਹੈਗਾ ਪੈਰਾਂ ਸਿਰ ਖੜਾ ਹੋਊਗਾ ਔਰ ਪੰਜਾਬ ਦੇ ਵਿੱਚ ਇੰਡਸਟਰੀ ਵੀ ਆਊਗੀ, ਬਿਜ਼ਨਸ ਵੀ ਵਧੂਗਾ ਔਰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਰੋਜ਼ਗਾਰ ਵੀ ਹੋਰ ਮਿਲੂਗਾ। ਔਰ ਪੰਜਾਬ ਹੈ ਜਿਹੜਾ ਜਿਵੇਂ ਪਿਛਲਾ ਹੱਸਦਾ ਖੇਡਦਾ ਪੰਜਾਬ ਸੀ, ਖੇਡਾਂ ਵਾਲਾ ਪੰਜਾਬ ਸੀ, ਉਹੀ ਪੰਜਾਬ ਹੈ ਦੁਬਾਰੇ ਫਿਰ ਸਾਡੇ ਸਾਹਮਣੇ ਜਿਹੜਾ ਜਿਸ ਤਰ੍ਹਾਂ ਅੰਮ੍ਰਿਤਸਰ ਤੋਂ ਕੋਲਕਾਤਾ ਜਾਣ ਵਾਲੀ ਵੱਡੀ ਫਲਾਈਟ ਉਸ ਸਮੇਂ ਮੁਸੀਬਤ ਵਿੱਚ ਪੈ ਗਈ ਜਦੋਂ ਜਹਾਜ਼ ਨੇ ਉਡਾਨ ਭਰਦੇ ਹੀ ਇੰਜਨ ਫੇਲ ਹੋ ਗਿਆ। ਇਸ ਦੌਰਾਨ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਦੌਰਾਨ 에ਅਰਪੋਰਟ ਡਾਇਰੈਕਟਰ ਨੇ ਇਸ ਬਾਰੇ ਵਿਸਥਾਰਪੂर्वक जानकारी देते दस्या कि सारे 122 यात्री सुरक्षित हैं। जी मैम। जी, ये इंडिगो की फ़्लाइट थी जो कि अमृतसर से कलकत्ता जा रही थी और ये फ़्लाइट 10:24 पर डिपार्ट हुई। डिपार्चर के 3 मिनट बाद पायलट को कॉकपिट में इंजन फेलियर की वार्निंग मिली। उसने ATC को ये बात इन्फॉर्म किया कि मेरे को इंजन फेलियर वार्निंग मिली है। तो स्टैंडर्ड ऑपरेटिंग प्रोसीजर के हिसाब से उस फ़्लाइट को वापस लैंड कराया जाता है और वो फ़्लाइट अभी काफ़ी नज़दीक थी एयरपोर्ट के, तो उसको वापस हमने दोबारा ILS पर लाकर
उसको लैंड कराया और 10:40 पर वो फ़्लाइट लैंड की सुरक्षित रूप से। हमने एयरक्राफ्ट, क्योंकि ये एक इमरजेंसी होती है कि अगर इंजन फेलियर है तो हालांकि एक इंजन पर जहाज़ सेफली लैंड कर सकता है, लेकिन ऐसी किसी संभावना के चलते कि अगर उसमें कोई फायर वगैरह हो तो हम लोग फायर टेंडर वगैरह लगाते हैं। तो हमने क्रैश फायर टेंडर्स लगाए हुए थे रनवे के साथ साथ, ताकि किसी भी अनटूवर्ड सिचुएशन का हम फेस करें तो उसका मुकाबला किया जा सके। लेकिन हमें उसकी आवश्यकता नहीं पड़ी। ये फ़्लाइट सेफली लैंड की और अपने आप ही वेकेट की और वेकेट करके टैक्सी करके अपने जहाँ पर उसका बे था वहाँ पर पार्क किया गया, यात्रियों को उतारा गया। कुल 122 यात्री और 6 क्रू मेंबर्स दूसरी फ़्लाइट के थ्रू, इसमें 125 यात्री थे, लेकिन 122 यात्री और 6 क्रू इंडिगो ने दूसरे जहाज़ लेकर के, और दिल्ली से एक जहाज़ आया था उसमें उनको भेज दिया। और ये फ़्लाइट 1:20 पर यहाँ से अमृतसर से डिपार्ट हो गई कलकत्ता की। क्योंकि बहुत लेट हो गई थी तो 3 पैसेंजर्स ने ये कहा कि वो नहीं जाना चाहते हैं इतनी रात को, तो उन्होंने इसको छोड़ दिया, उनको वापस घर जाने दिया गया, उनका टिकट वापस करके। और इसमें कोई आग नहीं थी, किसी को कोई चोटें नहीं लगी हैं, सारे यात्री सुरक्षित हैं, सारे क्रू सुरक्षित हैं और जहाज़ अभी भी यहीं खड़ा है। क्योंकि एक बार जब किसी जहाज़ में कोई टेक्निकल स्नैग आ जाता है तो उसके बाद उस जहाज़ को दोबारा से जो फ़्लाइट इंजीनियर्स हैं वो आकर चेक करते हैं और वो प्रोसीजर अभी चल रहा है। उसके बाद वो जहाज़ यहाँ से रवाना हो जाए। तो जहाज़ बिल्कुल सेफ है, सब कुछ? जी बिल्कुल सेफ है। सेफ्टी सिक्योरिटी। ਜਲਾਲਾਬਾਦ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ 3450 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਮਹਿਲਾ ਨੂੰ ਕੀਤਾ ਕਾਬੂ। ਮਹਿਲਾ ਤਸਕਰ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਲਿਪਤ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਛਾਂਗਾ ਰਾਏ ਦੀ ਰਹਿਣ ਵਾਲੀ ਮਹਿਲਾ ਨੂੰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਕੀਤਾ ਕਾਬੂ। ਤਲਾਸ਼ੀ ਲੈਣ ਤੇ 3450 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਜਲਾਲਾਬਾਦ ਥਾਣਾ ਸਦਰ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੇ ਔਰਤ ਨਸ਼ੇ ਦੀਆਂ ਗੋਲੀਆਂ ਵੇਚਣ ਦੀ ਆਦੀ ਸੀ ਅਤੇ ਇਸ ਤੋਂ ਪਹਿਲਾਂ ਵੀ NDPS ਐਕਟ ਦੇ ਤਹਿਤ ਮਾਮਲਾ ਦਰਜ ਹੈ। ਤੁਹਾਡਾ ਕੀ ਚੀਜ਼ ਫੜੀ ਗਈ ਤੁਹਾਡੇ ਕੋਲੋਂ? ਗੋਲੀਆਂ? ਕਿੰਨੇ ਚਿਰ ਤੋਂ ਇਹ ਕੰਮ ਕਰਦੇ ਹੋ? ਤੁਹਾਨੂੰ ਪਤਾ ਇਹ ਕਾਹਦੀਆਂ ਗੋਲੀਆਂ ਹੁੰਦੀਆਂ, ਕਿਸ ਕੰਮਾਂ ਦੀਆਂ? ਇਹ ਨਸ਼ਾ ਤੁਸੀਂ ਵੇਚ ਰਹੇ ਹੋ, ਇਹਦੇ ਨਾਲ ਨੌਜਵਾਨ ਮਰ ਰਹੇ, ਪਤਾ ਤੁਹਾਨੂੰ? ਕਿੰਨੇ ਪੈਸੇ ਬਣਦੇ ਇਹਦੇ ਚੋਂ ਤੁਹਾਨੂੰ? ਮੈਨੂੰ 600 ਰੁਪਏ ਬਚਣਾ ਸੀ। ਇਹ ਗੋਲੀਆਂ ਕਿੱਥੇ ਭੇਜਦੇ ਤੁਹਾਨੂੰ? ਕੌਣ ਬੰਦਾ ਦਿੰਦਾ ਤੁਹਾਨੂੰ? ਪਹਿਲਾਂ ਵੀ ਤੁਹਾਡੇ ਤੇ ਮਾਮਲੇ ਹੈਗੇ ਨਾ ਇਹੋ ਜਿਹੇ? ਪਹਿਲਾਂ ਫੜੇ ਗਏ ਸੀ ਨਾ, ਤੇ ਫਿਰ ਦੁਬਾਰੇ ਤੁਸੀਂ ਇਹ ਕੰਮ ਸ਼ੁਰੂ ਕਰਤਾ? ਸਾਨੂੰ ਅੱਗੇ ਪਰਚਾ ਹੀ ਛੱਡ ਗਏ ਸਨ। ਹਾਂ, ਦੋ ਕਿੰਨੀਆਂ ਗੋਲੀਆਂ ਸੀ ਤੁਹਾਨੂੰ ਪਤਾ? ਤੁਹਾਡੇ ਕੋਲ ਕਿੰਨੀਆਂ ਗੋਲੀਆਂ ਸੀ? 3500 ਸੀ। ਅਮਲ ਚ ਲਿਆਂਦੀ। ਦੇਖੋ ਜੀ, ਮਾਨਯੋਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਤੇ ਸਾਡੇ ਸ਼੍ਰੀਮਾਨ SSP ਸਾਹਿਬ ਦੀ ਹਦਾਇਤਾਂ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਜਿਹੜੀ ਮੁਹਿੰਮ ਵਿੱਢੀ ਗਈ ਹੈ, ਉਹਦੇ ਸੰਬੰਧ ਵਿੱਚ ਸਾਨੂੰ ਕੱਲ ਮੁਖਬਰੀ ਮਿਲੀ ਸੀ ਕਿ ਇੱਕ ਲੇਡੀਜ਼ ਹੈ ਕੁਲਵੰਤ ਕੌਰ, ਜੋ ਕਿ ਪਿੰਡ ਛਾਂਗਾ ਰਾਏ ਉਤਾੜ, ਥਾਣਾ ਗੁਰੂ ਜ਼ਿਲ੍ਹਾ ਫਿਰੋਜ਼ਪੁਰ ਦੀ ਰਹਿਣ ਵਾਲੀ ਹੈ ਤੇ ਨਸ਼ੀਲੀਆਂ ਗੋਲੀਆਂ ਦਾ ਧੰਦਾ ਕਰਦੀ ਹੈ, ਜਿਹਦੇ ਤੇ ਪਹਿਲਾਂ ਵੀ NDPS ਐਕਟ ਦੇ ਮੁਕੱਦਮਾ ਦਰਜ ਹੈ। ਇਹ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇਹ ਜਿਹੜੇ ਪਿੰਡ ਹਰਾਈਆਂ ਵਾਲਾ ਤੋਂ ਪੈਦਲ ਜਿਹੜੀਆਂ ਨਸ਼ੀਲੀਆਂ ਗੋਲੀਆਂ ਵੇਚਣ ਲਈ ਲੈ ਕੇ ਜਲਾਲਾਬਾਦ ਨੂੰ ਆ ਰਹੀ ਹੈ, ਜਿਸ ਤੇ ਸਾਡੀ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ ਇਸ ਨੂੰ ਕਾਬੂ ਕੀਤਾ ਤੇ ਇਹਦੇ ਕਬਜ਼ੇ ਵਿੱਚੋਂ 3450 ਨਸ਼ੀਲੀਆਂ ਗੋਲੀਆਂ ਅਲਪਰਾਜ਼ੋਲਮ ਬਰਾਮਦ ਕੀਤੀਆਂ, ਜਿਸ ਦੇ ਸਬੰਧ ਵਿੱਚ ਅਸੀਂ ਮੁਕੱਦਮਾ ਨੰਬਰ 15 NDPS ਐਕਟ ਤਹਿਤ ਦਰਜ ਕੀਤਾ ਤੇ ਤਫਤੀਸ਼ ਚੱਲ ਰਹੀ ਹੈ। ਜੋ ਵੀ ਇਹਦੇ ਚ ਇਨਵੋਲਵ ਹੋਊਗਾ ਉਸ ਨੂੰ ਇਹਦੇ ਚ ਨਾਮਜ਼ਦ ਕੀਤਾ ਜਾਵੇਗਾ। ਸਰ, ਕੋਈ ਪਤਾ ਲੱਗਿਆ ਕਿ ਕਿੱਥੋਂ ਲੈ ਕੇ ਆ ਰਹੀ ਸੀ ਜਾਂ ਵੇਚਣੀਆਂ ਨਹੀਂ ਕੀਤੀ ਸੀ? ਫਾਰਵਰਡ ਬੈਕਵਰਡ ਲਿੰਕ ਪਤਾ ਲੱਗਾ? ਉਹ ਅਜੇ ਸਾਡੀ ਅਸੀਂ ਤਫਤੀਸ਼ ਕਰ ਰਹੇ ਹਾਂ, ਜੋ ਵੀ ਤਫਤੀਸ਼ ਵਿੱਚ ਆਇਆ ਉਹਨੂੰ ਵਿੱਚੇ ਪਾਵਾਂਗੇ, ਬਖਸ਼ਿਆ ਨਹੀਂ ਜਾਊਗਾ। 2024 ਦੀਆਂ ਚੋਣਾਂ ਨੂੰ ਵੇਖਦੇ ਹੋਏ ਜਿੱਥੇ ਕਾਂਗਰਸ ਪਾਰਟੀ ਵੱਲੋਂ ਭਾਰਤ ਜੋੜੋ ਯਾਤਰਾ ਕੱਢੀ ਗਈ ਹੈ, ਉੱਥੇ 2024 ਦੀਆਂ ਚੋਣਾਂ ਲੈ ਕੇ ਕਾਂਗਰਸ ਦੇ ਵਰਕਰ ਹੁਣ ਤੋਂ ਹੀ ਪੱਬਾਂ ਭਾਰ ਨਜ਼ਰ ਆ ਰਹੇ ਹਨ, ਜਿਸ ਦੇ ਚੱਲਦੇ ਅੱਜ ਕਾਂਗਰਸ ਪਾਰਟੀ ਵੱਲੋਂ ਅੱਜ ਦੇਸ਼ ਦੇ ਹਾਲਾਤਾਂ ਤੇ ਚਿੰਤਾ ਜ਼ਾਹਰ ਕਰਦੇ ਹੋਏ LIC ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਤੇ ਸੈਂਟਰ ਦੀ ਭਾਜਪਾ ਸਰਕਾਰ ਦੇ ਖਿਲਾਫ ਜੰਮ ਕੇ ਪੜਾਸ ਵੀ ਕੱਢੀ ਗਈ। ਇਸ ਮੌਕੇ ਪੱਤਰਕਾਰਾਂ ਨਾਲ
ਗੱਲ ਕਰਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅੱਜ ਉਹਨਾਂ ਵੱਲੋਂ ਭਾਜਪਾ ਦੀਆਂ ਗਲਤ ਨੀਤੀਆਂ ਨੂੰ ਵੇਖਦੇ ਹੋਏ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਨਹੀਂ ਹੈ, ਰੋਸ ਪ੍ਰਦਰਸ਼ਨ। ਜਦੋਂ ਗਰੀਬ ਦੀ ਜੇਬ ਤੇ ਡਾਕਾ ਪੈਂਦਾ ਤੇ ਸਾਡਾ ਫਰਜ਼ ਬਣ ਜਾਂਦਾ ਅਸੀਂ ਉਹਦੇ ਹੱਕਾਂ ਦੇ ਲਈ, ਉਹਦੀ ਲੋਕਤੰਤਰ ਦੇ ਲਈ ਅਸੀਂ ਮੁਜ਼ਾਹਰੇ ਕਰੀਏ ਔਰ ਜਨਤਾ ਨੂੰ ਉਹਨਾਂ ਦਾ ਮਾਰਗ ਦਿਸ਼ਾ ਦੇਣੀ ਹੁੰਦੀ ਹੈ। ਸਮਾਜ ਨੂੰ ਅਸੀਂ ਪਾਰਟੀਆਂ ਨੇ, ਵਿਰੋਧੀ ਪਾਰਟੀਆਂ 'ਚ ਸਾਡਾ ਫਰਜ਼ ਬਣ ਜਾਂਦਾ, ਸਾਡਾ ਕਰਤੱਵ ਬਣ ਜਾਂਦਾ ਕਿ ਮੁਲਕ 'ਚ ਕੀ ਹੋ ਰਿਹਾ। ਮੈਂ ਤੁਹਾਡੇ ਅੱਗੇ ਵੀ ਅਪੀਲ ਕਰਾਂਗਾ, ਤੁਸੀਂ ਵੀ ਇੱਕ ਆਇਨਾ ਹੋ ਸਮਾਜ 'ਚ, ਤੁਸੀਂ ਵੀ ਜਿਹੜੀ ਸਾਡੀ ਗਲਤ ਗੱਲ ਆ ਉਹਨਾਂ ਦੱਸੋ, ਜਿਹੜੀ ਸੱਚੀ ਗੱਲ ਹੈ ਉਹ ਜਨਤਾ ਤੱਕ ਪਹੁੰਚਾਉਣਾ ਤੁਹਾਡਾ ਇੱਕ اخلاق, ਇੱਕ ਮੋਰਲ ਡਿਊਟੀ ਬਣ ਜਾਂਦੀ ਹੈ। ਮੈਂ ਤੁਹਾਡੇ ਕੋਲ ਉਮੀਦ ਕਰਾਂਗਾ ਕਿ ਤੁਸੀਂ ਉਹ ਜਾਓ, ਜਨਤਾ ਕੋਲ ਜਾਓ, ਸਾਥੀਓ ਉਹਨਾਂ ਨੂੰ ਦੱਸੋ ਇਹ ਅਡਾਨੀ ਤੋਂ ਵੱਡਾ ਧੋਖੇਬਾਜ਼ ਅੱਜ ਇਹਦਾ ਅਮਰੀਕਾ ਦੇ ਵਿੱਚੋਂ ਉਹਨਾਂ ਸ਼ੇਅਰ ਮਾਰਕੀਟ 'ਚੋਂ ਇਹਦਾ ਨਾਂ ਕੱਢਤਾ, ਬਾਹਰ ਕੱਢਿਆ। ਉਹਨਾਂ ਨੂੰ ਉਹ ਵੋਟਾਂ ਦੇ ਭੁੱਖੇ ਨਹੀਂ ਹੈ, ਉਹਨਾਂ ਨੂੰ ਸੱਚਾਈ ਉਹਨਾਂ ਨੂੰ ਲੱਗੀ ਪਤਾ, ਉਹਨਾਂ ਚੁੱਕ ਕੇ ਬਾਹਰ ਮਾਰਨਾ। ਹਲੇ ਹਿੰਦੁਸਤਾਨ 'ਚ ਕੋਈ ਕਾਰਵਾਈ ਨਹੀਂ ਹੋ ਰਹੀ ਵੀ ਉਹਨੇ ਕੀਤਾ ਕੀ ਹੈ। ਇੱਥੇ ਨੈਸ਼ਨਲ ਹੈਰਲਡ ਦਾ ਕੇਸ ਹੋਇਆ ਤੇ ਇਹਨਾਂ ਨੇ ਰਾਹੁਲ ਗਾਂਧੀ, ਸ਼੍ਰੀਮਤੀ ਸੋਨੀਆ ਗਾਂਧੀ ਨੂੰ ਸਾਹਮਣੇ ਭੇਜੇ, ਉਹਨਾਂ ਦੀ ਹੋਈ ਉਹ ਰੱਖਿਆ ਗਿਆ। ਉਹ ਜਨਤਾ ਦੇ ਹਿੱਤਾਂ ਦੇ ਲਈ ਕੰਮ ਕਰ ਰਿਹਾ, ਸੋਸ਼ਲ ਵੈਲਫੇਅਰ ਲਈ ਉਹਨਾਂ ਦਾ ਇੱਕ ਪੈਸਾ ਵੀ, ਲੇਕਿਨ ਉਹਨਾਂ ਨੂੰ ਤਰੀਕਾਂ ਭੁਗਤਣੀਆਂ ਪੈਂਦੀਆਂ। ਜਿਹੜੇ ਲੱਖਾਂ ਹਜ਼ਾਰਾਂ ਕਰੋੜ ਦੇ ਕਪੜੇ ਕਰਨ ਵਾਲੇ ਨੇ ਉਹ ਬਾਹਰ ਬੈਠੇ ਦੇ, ਉਹਨਾਂ ਕੋਲ ਨਾਗਰਿਕਤਾ ਹੀ ਨਹੀਂ। ਉਹ ਕੋਈ ਮਾਰੀਸ਼ਸ ਬੈਠਾ, ਕੋਈ ਦੁਬਈ 'ਚ ਬੈਠਾ, ਉੱਥੇ ਅੰਨੇ ਵਾਹ ਬਿਲਡਿੰਗਾਂ ਬਣ ਰਹੀਆਂ। ਪੈਸਾ ਸਾਰਾ ਹਿੰਦੁਸਤਾਨ ਦਾ ਜੇ, ਤੁਹਾਡਾ ਪੈਸਾ ਜੇ। ਮੈਂ ਅਪੀਲ ਕਰਾਂਗਾ ਤੁਹਾਨੂੰ ਸਾਰੇ ਭਰਾਵਾਂ ਨੂੰ ਭਈ ਤੁਹਾਡੇ ਕੋਲ ਇੱਕ ਆਇਨਾ ਹੈ, ਸਮਾਜ ਨੂੰ ਦੱਸੋ ਤੇ ਸਮਾਜ ਨੂੰ ਸਹੀ ਦਿਸ਼ਾ 'ਚ ਲੈ ਕੇ ਜਾਣ ਵਾਲੇ ਲੀਡਰ ਸਹੀ ਦਿਸ਼ਾ 'ਚ ਲੈ ਕੇ। ਅੱਜ ਪੂਰੇ ਦੇਸ਼ ਦੇ ਵਿੱਚ ਕਾਂਗਰਸ ਪਾਰਟੀ ਦੇ ਜਿਹੜੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਆ, ਹਾਈ ਕਮਾਂਡ ਵੱਲੋਂ ਆਦੇਸ਼ ਹੈ, ਪਰ ਆਦੇਸ਼ ਵੀ ਹੈਗਾ ਤੇ ਜਿਹੜਾ ਦੇਸ਼ ਨੂੰ ਲੁੱਟਣ ਵਾਲੀ ਸਰਕਾਰ ਹੈ। ਅੱਜ 9 ਸਾਲ ਦੇ ਉੱਤੇ ਇਹ ਸਾਡੀ ਸਰਕਾਰਾਂ ਦੇ ਖਿਲਾਫ ਤੇ 2014 ਤੋਂ ਪਹਿਲੇ ਬਹੁਤ ਰੌਲਾ ਪਾਉਂਦੇ ਸੀ ਵੀ ਇਹ ਸਕੈਂਡਲ ਹੋ ਗਿਆ, ਉਹ ਸਕੈਂਡਲ ਹੋ ਗਿਆ। ਅੱਜ ਇਹਨਾਂ ਨੂੰ ਪੁੱਛਿਆ ਜਾਏ, ਹਜ਼ਾਰਾਂ ਕਰੋੜ ਰੁਪਏ ਜਿਹੜੇ ਆ ਉਹ ਚੰਦ ਬੰਦੇ ਇਹਨਾਂ ਕੋਲ ਕਾਰਪੋਰੇਟ ਘਰਾਣੇ ਦੇ, ਜਿਨ੍ਹਾਂ ਲੋਕਾਂ ਦੇ ਪਿੱਠ ਦੇ ਉੱਤੇ ਇਹਨਾਂ ਦਾ ਹੱਥ ਹੈ, ਭਾਰਤੀ ਜਨਤਾ ਪਾਰਟੀ ਨੇ ਰੱਖਿਆ, ਉਹ ਸਾਰਾ ਦੇਸ਼ ਜਿਹੜਾ ਲੁੱਟ ਲਿਆ। ਪਹਿਲੇ ਸਕੈਂਡਲ ਕੱਢਿਆ ਨੀਰਵ ਮੋਦੀ, ਫਿਰ ਆ ਗਿਆ ਵਿਜੇ ਮਾਲਿਆ, ਹੁਣ ਨਵਾਂ ਹੀ ਆ ਗਿਆ ਅਦਾਨੀ। ਉਹ ਤੁਸੀਂ ਦੇਖੋ ਜੋ ਹਾਲਾਤ ਪਾਕਿਸਤਾਨ ਦੇ ਉਹੀ ਹਾਲਾਤ ਜਿਸ ਤਰ੍ਹਾਂ ਸ਼੍ਰੀਨਗਰ ਦੇ ਸੀ। ਜੇ ਅਗਰ ਲੋਕੀ ਜਨਤਾ ਨਹੀਂ ਉੱਠੀ ਤੇ ਸਾਡੇ ਦੇਸ਼ ਦੇ ਵੀ ਹਾਲਾਤ ਨਾ ਇਸ ਤਰ੍ਹਾਂ ਦੇ ਪੈਦਾ ਕਰ ਦੇਣੇ ਆ। ਇਸ ਕਰਕੇ ਤੁਹਾਡੇ ਚੈਨਲ ਦੇ ਉੱਤੇ ਮੈਂ ਸਾਰੇ ਹੀ ਲੋਕਾਂ ਨੂੰ ਬੇਨਤੀ ਕਰਦਾ, ਅਪੀਲ ਕਰਦਾ, ਤੁਸੀਂ ਸਾਰਿਆਂ ਤਗੜੇ ਹੋ ਗਏ। ਅਗਰ ਦੇਸ਼ ਨੂੰ ਬਚਾਉਣਾ ਤੇ ਫਿਰ ਬੀਜੇਪੀ ਦੇ ਖਿਲਾਫ ਤੁਹਾਨੂੰ ਧਰਨੇ ਪ੍ਰਦਰਸ਼ਨ, ਸੁੱਤੀ ਹੋਈ ਸਰਕਾਰ ਜਿਹੜੀ ਕੁੰਭਕਰਨ ਨੀਂਦ ਸੁੱਤੀ ਹੋਈ ਹੈ, ਇਹਨਾਂ ਨੂੰ ਠਵਾਲਣੇ ਹੀ ਪੈਣਾ। ਇਸ ਕਰਕੇ ਮੇਰੀ ਸਾਰੇ ਇਹ ਵਰਕਰ ਅੱਗੇ ਬੇਨਤੀ ਆ, ਅਪੀਲ ਹੈ, ਸਾਰੇ ਤਗੜੇ ਹੋ ਕੇ ਜਿਸ ਤਰ੍ਹਾਂ ਅੱਜ ਅਸੀਂ LIC ਔਰ ਸਟੇਟ ਬੈਂਕ ਦੇ ਸਾਹਮਣੇ ਪੂਰੇ ਦੇਸ਼ ਦੇ ਵਿੱਚ ਧਰਨੇ ਲਾਏ ਜਾ ਰਹੇ ਆ, ਤੇ ਸਾਨੂੰ ਸਾਰਿਆਂ ਨੂੰ ਇੱਕ ਮੁੱਠ ਇਕੱਠੇ ਹੋ ਕੇ ਕਿ ਸਾਨੂੰ ਕੰਮ ਕਰਨਾ ਹੀ ਪੈਣਾ। ਬਹੁਤ ਬਹੁਤ ਸਾਰੇ ਵਰਕਰਾਂ ਦਾ ਦਿਲੋਂ ਧੰਨਵਾਦ ਹੈ। ਜੈ ਨੇਤਾ ਜੀ, ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਸਾਡੇ ਰਾਹੁਲ ਗਾਂਧੀ ਜੀ ਉਹਨਾਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਹੈ, ਇਹ ਇੱਕ ਸੰਕੇਤ ਹੈ ਦੇਸ਼ ਨੂੰ ਬਚਾਉਣ ਵਾਸਤੇ। ਅਗਰ ਦੇਖੋ ਲੋਕਾਂ ਨੇ ਉੱਠ ਪੈਣਾ, ਜਿਹਦਾ ਪਾਕਿਸਤਾਨ ਦੇ ਵਿੱਚ ਬਹੁਤ ਬੁਰਾ ਹਾਲ ਹੈ, ਦੁਨੀਆ ਉੱਠ ਪਈ ਹੈ, ਇਸੇ ਤਰ੍ਹਾਂ ਹਿੰਦੁਸਤਾਨ ਦੇ ਜਿਹੜੇ ਲੋਕੀ ਆ ਬੜੇ ਮਜ਼ਬੂਤ ਦਿਲ ਦੇ ਲੋਕੀ ਹੈ। ਇਹਨਾਂ ਕਦੇ ਵੀ ਕਿਸੇ ਨੂੰ ਬਰਦਾਸ਼ਤ ਨਹੀਂ ਕਰਨਾ ਜਿਹੜਾ ਦੇਸ਼ ਨੂੰ ਬਰਬਾਦ ਕਰੇਗਾ। ਇਹ ਲੋਕੀ ਕਦੇ ਵੀ ਉਹਨੂੰ ਬਰਦਾਸ਼ਤ ਨਹੀਂ ਕਰਨਗੇ। ਜੇ ਸਾਡਾ ਦੇਸ਼ 47 ਦੇ ਵਿੱਚ ਆਜ਼ਾਦ ਹੋਇਆ ਤੇ ਕਿਹਨੇ ਆਜ਼ਾਦ ਕਰਾਇਆ? ਸਾਡੇ ਦੇਸ਼ ਦੇ ਲੋਕਾਂ ਨੇ ਆਜ਼ਾਦ ਕਰਾਇਆ। ਇਸ ਕਰਕੇ ਇਹਨਾਂ ਦਾ ਹੁਣ ਜ਼ਿਆਦਾ ਚਿਰ ਕੰਮ ਨਹੀਂ ਚੱਲਣਾ, ਇਹਨਾਂ ਨੂੰ ਲੋਕਾਂ ਨੇ ਦੜਾਣਾ ਹੀ ਦੜਾਣਾ 2024 'ਚ। ਹਲਕੇ ਗੁਰਸਹਾਏ ਦੇ ਅਧੀਨ ਪੈਂਦੇ ਪਿੰਡ ਕਰੀ ਕਲਾ ਵਿਖੇ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਇੱਕ ਵੱਡਾ ਸੜਕ ਹਾਦਸਾ ਹੋਇਆ। ਉਸ ਸਮੇਂ ਵਾਪਰਿਆ ਜਦ ਮਾਰੂਤੀ ਸੁਜ਼ੂਕੀ ਕਾਰ ਚਾਲਕ ਓਵਰ ਸਪੀਡ ਨਾਲ ਪੰਜਾਬ ਰੋਡਵੇਜ਼ ਦੀ ਬੱਸ ਨੂੰ ਓਵਰਟੇਕ ਕਰਨ ਲੱਗਿਆ ਤਾਂ ਇਹ ਸੜਕ ਹਾਦਸਾ ਵਾਪਰ ਗਿਆ। ਇਸ ਸੜਕ ਹਾਦਸੇ ਵਿੱਚ ਕਾਰ ਚਾਲਕ ਦੇ ਗੰਭੀਰ ਸੱਟਾਂ ਵੱਜੀਆਂ ਹਨ ਤੇ ਗੱਡੀ ਦਾ ਅੱਗੇ ਦਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਤੇ ਬੱਸ ਵੀ ਨੁਕਸਾਨੀ ਗਈ। ਇਸ ਮੌਕੇ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਥਾਣਾ ਲੰਮੇ ਦੇ ਬਹਿਰਾਮ ਦੇ ਥਾਣਾ ਮੁਖੀ ਬਚਨ ਸਿੰਘ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਦੀ ਬੱਸ ਜੋ ਕਿ ਫਿਰੋਜ਼ਪੁਰ ਤੋਂ ਚੱਲ ਕੇ ਫਾਜ਼ਿਲਕਾ ਨੂੰ ਜਾ ਰਹੀ ਸੀ ਤਾਂ ਜਦ
ਪਿੰਡ ਕਰੀ ਕਲਾਂ ਦੇ ਕੋਲ ਪੁੱਜੀ ਤਾਂ ਕਾਰ ਚਾਲਕ ਤੇਜ਼ੀ ਨਾਲ ਬੱਸ ਨੂੰ ਓਵਰਟੇਕ ਕਰਨ ਲੱਗ ਪਿਆ, ਜਿਸ ਨਾਲ ਬੁਰੀ ਤਰ੍ਹਾਂ ਨਾਲ ਸੜਕ ਹਾਦਸਾ ਹੋ ਗਿਆ। ਹਾਂਜੀ ਜਨਾਬ, ਜਿਹੜਾ ਅੱਜ ਦੁਰਘਟਨਾ ਵਾਪਰੀ ਹੈ ਇਹਦੇ ਬਾਰੇ ਜਾਨੀ ਨੁਕਸਾਨ ਤੋਂ ਬਚਾਇਆ ਜੀ? ਜਾਨੀ ਨੁਕਸਾਨ ਤੋਂ ਬਚਾਇਆ ਜੀ। ਇੱਕ ਕਾਰ ਤੇ ਬੱਸ ਦੀ ਆਪਸ ਵਿੱਚ ਟੱਕਰ ਹੋਈ ਹੈ। ਕਾਰ ਵਾਲਾ ਜਿਹੜਾ ਕਾਫੀ ਜ਼ਖਮੀ ਉਹਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਬਾਕੀ ਦੇਖਦੇ ਹਾਂ ਕੀ ਠੀਕ ਹੈ ਜੀ। ਗਲਤੀ ਦਾ ਪਤਾ ਲੱਗਿਆ ਕਿੰਦੀ ਗਲਤੀ ਸੀ? ਗਲਤੀ ਤਾਂ ਦੋਨੋਂ ਪਾਰਟੀਆਂ ਚੈੱਕ ਕਰਦੇ ਹਾਂ, ਜਿਵੇਂ ਸਕਿਡ ਮਾਰਕ ਦੇ ਮੁਤਾਬਕ ਤਾਂ ਕਾਰ ਨੇ ਓਵਰਟੇਕ ਕੀਤਾ ਹੈ। ਇਸ ਤੋਂ ਇਲਾਵਾ ਬਾਕੀ ਵੇਖਦੇ ਹਾਂ ਕਿ ਉਹਨੇ ਕਿਉਂ ਕੀਤਾ ਜੀ। ਜਿਹੜੀਆਂ ਬੱਸ ਦੀਆਂ ਸਵਾਰੀਆਂ ਸੀ ਉਹਨਾਂ ਨੂੰ ਕੋਈ ਸੱਟ ਫੇਟ ਤਾਂ ਨਹੀਂ ਲੱਗੀ ਜੀ? ਮਾਮੂਲੀ ਚੋਟਾਂ ਆਈਆਂ ਬਾਕੀ ਠੀਕ ਹੈ। ਧੰਨਵਾਦ ਜੀ। ਫਿਰੋਜ਼ਪੁਰ ਪੁਲਿਸ ਨੇ ਵਾਹਨ ਚੋਰਾਂ ਦੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਵਾਹਨ ਚੋਰਾਂ ਨੂੰ ਚੋਰੀ ਦੇ ਬਾਈਕ ਅਤੇ ਸਕੂਟਰ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਵਾਹਨ ਚੋਰਾਂ ਦੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਵਾਹਨ ਚੋਰਾਂ ਨੂੰ ਚੋਰੀ ਦੇ ਬਾਈਕ ਅਤੇ ਸਕੂਟਰਾਂ ਸਮੇਤ ਕਾਬੂ ਕੀਤਾ ਹੈ। ਮੋਟਰਸਾਈਕਲ ਦੀ ਚੈਸੀ ਖੁਰਦ-ਬੁਰਦ ਕਰਕੇ ਵੇਚੇ ਗਏ। ਇਹ ਮਾਮਲਾ ਹੈਗਾ ਇੱਥੇ ਪਰਚਾ ਦਰਜ ਹੋਇਆ ਸੀ 16/23 ਕੈਂਟ ਫਿਰੋਜ਼ਪੁਰ ਵਿੱਚ। ਇਸ ਮਾਮਲੇ 'ਚ ਟੋਟਲ 22 ਮੋਟਰਸਾਈਕਲ ਦੀ ਰਿਕਵਰੀ ਹੈ। ਮਾਨਯੋਗ ਐਸਐਸਪੀ ਫਿਰੋਜ਼ਪੁਰ ਕਮਰਦੀਪ ਕੌਰ ਮੈਮ ਵੱਲੋਂ ਸਖਤ ਨਿਰਦੇਸ਼ ਸੀਗੇ ਕਿ बढ़ते ਬਾਈਕ ਚੋਰੀ ਦੀ ਵਾਰਦਾਤਾਂ ਨੂੰ ਨਜ਼ਰ ਰੱਖਦੇ ਹੋਏ ਇੱਕ ਸਪੈਸ਼ਲ ਟੀਮ ਦਾ ਗਠਨ ਕੀਤਾ ਜਾਵੇ ਤੇ ਡੀਐਸਪੀ ਫਤਿਹ ਸਿੰਘ ਬਰਾੜ ਤੇ ਸੀਆਈ ਇੰਚਾਰਜ ਹਰਪ੍ਰੀਤ ਸਿੰਘ ਤੇ ਆਪਣੇ ਏਐਸਆਈ ਰਜੇਸ਼ ਜੀ ਨੇ ਬਹੁਤ ਵਧੀਆ ਕੰਮ ਕੀਤਾ ਹੈ ਤੇ 2 ਦੋਸ਼ੀ ਫੜੇ ਨੇ। ਇੱਕ ਤੋਂ ਹੈਗਾ ਬਿੰਦਰ ਸਿੰਘ ਜਿਸਦਾ ਨਾਮ ਬਲਵਿੰਦਰ ਸਿੰਘ ਵੀ ਹੈ ਤੇ ਦੂਜਾ ਹੈਗਾ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਲਾਲ ਸਿੰਘ। ਸਰ ਕਿੱਥੋਂ ਰਹਿਣ ਵਾਲੇ ਨੇ? ये चपाती पिंड हैगा थाना लक्को के बहराम विच यहाँ के रहने वाले हैं। तो एक पर्चा दर्ज हुआ सी 2 फरवरी को तो दोनों की गिरफ्तारी भी 2 फरवरी से हुई है। तो इनको गिरफ्तार करके पुछगिछ की गई तो 2 तारीख को एक बाइक की रिकवरी हुई तो पुछगिछ विच फिर 3 तारीख को 2 होर बाइक की रिकवरी हुई तो 4 तारीख को इसने इंसाफ किया कि लक्को के बहराम विच नहर पास बड़ी जंगलात विभाग ये पुरानी बिल्डिंग विच इसलिए 19 बाइक छुपा के रखे हुए हैं। सर केड़ी जगह चोरी की बाइक? ये वक्त थाओं से इन्हें बाइक चोरी किया हुआ है पूरे फिरोजपुर जिला तो। बाकी असी होर क्यूएसटी करवाया हुआ है बाकी जिले च भी कि जेकर होर कहीं बाइक चोरी की हुई है कहीं होर भी हैगा तो वो भी रिकवर आप करिए। कितने मेंबर गए? अभी हजे 2 मेंबर हैगे इनते ऊपर पहला भी पर्चा हैगा। ਆਪਾਂ ਹੋਰ ਪੁੱਛਗਿੱਛ मान लेके ਪੁੱਛਗਿੱਛ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਹੋਰ ਕਿੰਨੇ ਮੈਂਬਰਸ ਹੈ। ਬੈਕਵਰਡ ਤੇ ਫਾਰਵਰਡ ਲਿੰਕੇਜ ਆਪਾਂ ਦੇਖਾਂਗੇ ਇਹ ਬਾਈਕ ਕਿੱਥੇ ਵੇਚਦਾ ਹੈ ਕਿੰਨੂੰ ਸਪਲਾਈ ਕਰਦਾ ਹੈ ਇਹ ਆਪਾਂ ਹੋਰ ਤੱਕ ਕਿੰਨੇ ਮੋਟਰਸਾਈਕਲ ਜਾਂ ਜਿਹੜੇ ਆ ਟ੍ਰੇਸ ਹੋਏ? ਟੋਟਲ 22 ਬਾਈਕਸ ਹੈਗੀ ਉਸ ਵਿੱਚ ਇੱਕ ਐਕਟਿਵਾ ਹੈ ਤੇ ਇੱਕ ਬੁਲਟ ਮੋਟਰਸਾਈਕਲ ਹੈ। ਕੁਝ ਬਾਈਕਸ ਦੇ ਇਸਨੇ ਚੈਸੀ ਨੰਬਰ ਰਗੜਿਆ ਹੈ ਉਹ ਆਪਾਂ ਵੈਰੀਫਾਈ ਕਰ ਰਹੇ ਹਾਂ ਕਿ ਉਸਦੇ ਮਾਲਿਕ ਕੌਣ ਹੈ। ਸਰ ਜਿਹੜੇ ਪਹਿਲੋਂ ਪਰਚੇ ਹੋਏ ਸੀ ਇਹਨਾਂ ਉੱਪਰ ਉਹਦੇ ਵਿੱਚ ਇਹਨਾਂ ਦੇ ਕੋਲੇ ਕੀ ਰਿਕਵਰ ਹੋਇਆ ਸੀਗਾ ਜੀ? ਇਸ ਤੋਂ ਪਹਿਲੇ ਜੇ ਬਲਵਿੰਦਰ ਤੇ ਬਿੰਦਰ ਹੈ ਉਸ ਤੇ 2 ਪਰਚੇ ਨੇ ਇੱਕ ਫਜ਼ਿਲਕਾ ਦਾ ਹੈ ਤੇ ਇੱਕ ਫਿਰੋਜ਼ਪੁਰ ਦਾ ਹੈ ਤੇ ਪਰਚਾ ਨੰਬਰ 119/20 ਥਾਣਾ ਲੱਖੋ ਦੇ ਬਹਿਰਾਮ ਦਾ ਹੈ 60/22 ਆਰਿਫ ਖਾਸ ਜਿਹੜਾ ਫਜ਼ਿਲਕਾ ਦਾ ਹੈ। ਜੇ ਦੂਜਾ ਹੈਗਾ ਜਸਪ੍ਰੀਤ ਉਰਫ ਜੱਸਾ ਉਸ ਵਿੱਚ ਮੁਕੱਦਮਾ ਨੰਬਰ 68/21 ਹੈਗਾ ਇਹ ਵੀ ਥਾਣਾ ਲੱਖੋ ਦੇ ਬਹਿਰਾਮ ਦਾ ਹੈ। ਇਹਦੇ ਵਿੱਚ ਰਿਕਵਰੀ ਕੀ ਹੋਈ ਸੀਗੀ ਜੀ? ਆਪਾਂ ਵੈਰੀਫਾਈ ਕਰ ਰਹੇ ਹਾਂ ਆਪਾਂ ਪੁੱਛ ਕੇ ਵੈਰੀਫਾਈ। ਥਾਣਾ ਗੜਸ਼ੰਕਰ ਦੀ ਪੁਲਿਸ ਨੇ ਸ਼ਹਿਰ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਘੁੰਮ ਰਹੇ ਬੁਲਟ ਮੋਟਰਸਾਈਕਲਾਂ ਦੇ ਸਲੈਂਸਰਾਂ ਅਤੇ ਪ੍ਰੈਸ਼ਰ ਹੋਰਨਾਂ ਨੂੰ ਕਬਜ਼ੇ ਵਿੱਚ ਲੈ ਕੇ ਨਸ਼ਟ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਥਾਣਾ ਗੜਸ਼ੰਕਰ ਦੇ ਐਸਐਚਓ ਕਰਨੈਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਸਐਸਪੀ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅੰਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਅਮਨ ਸ਼ਾਂਤੀ ਭੰਗ ਕਰਨ ਵਾਲੇ ਬੁਲਟ ਮੋਟਰਸਾਈਕਲ ਤੇ ਲਗਾਏ ਸਲੈਂਸਰਾਂ ਅਤੇ ਪ੍ਰੈਸ਼ਰ ਹੋਰਨ ਲਗਾਉਣ ਵਾਲੇ ਸ਼ਰਾਰਤੀ ਅੰਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਟ੍ਰੈਫਿਕ ਇੰਚਾਰਜ ਏਐਸਆਈ ਰਣਜੀਤ ਕੁਮਾਰ ਵੱਲੋਂ ਪੁਲਿਸ ਪਾਰਟੀ ਦੀ ਮਦਦ ਨਾਲ 30 ਬੁਲਟ ਮੋਟਰਸਾਈਕਲਾਂ ਦੇ ਸਲੈਂਸਰਾਂ ਅਤੇ 8 ਪ੍ਰੈਸ਼ਰ ਹੋਰਨਾਂ ਨੂੰ ਕਬਜ਼ੇ ਵਿੱਚ ਲੈ ਕੇ ਅੱਜ ਜੇਸੀਬੀ ਮਸ਼ੀਨ ਨਾਲ ਨਸ਼ਟ ਕੀਤਾ ਗਿਆ। ਉਹਨਾਂ ਦੱਸਿਆ ਕਿ ਇਹਨਾਂ ਬੁਲਟ ਮੋਟਰਸਾਈਕਲਾਂ ਦੇ ਚਲਾਨ ਕੱਟ ਕੇ 5000 ਰੁਪਏ ਦਾ ਜੁਰਮਾਨਾ ਵੀ ਕੱਟਿਆ ਗਿਆ ਹੈ। ਐਸਐਸਪੀ ਮਾਨਯੋਗ ਸ਼੍ਰੀ ਸਰਤਾਜ ਸਿੰਘ ਚਾਹਲ ਆਈਪੀਐਸ ਜੀ ਵੱਲੋਂ ਜੋ ਦਿਸ਼ਾ ਨਿਰਦੇਸ਼ ਦਿੱਤੇ ਗਏ ਹੈ ਕਿ ਜਿਹੜੇ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਦੇ ਵਿੱਚ ਵਿਘਨ ਪਾਉਂਦੇ ਆ ਸ਼ਰਾਰਤੀ ਅਨਸਰ ਖਾਸ ਕਰਕੇ ਜਿਹੜੇ ਬੁਲਟ ਮੋਟਰਸਾਈਕਲਾਂ ਦੇ ਵਿੱਚ ਜਿਹੜੇ ਨੇ ਗੈਰ ਜਿਹੜੇ ਲਾਏ ਹੋਏ ਆ ਸਲਾਈਸਰ ਉਹ ਜਿਹਦੇ ਕਰਕੇ ਕਿ ਜਿਹੜਾ ਪਟਾਕੇ ਮਾਰਦੇ ਆ ਔਰ ਉਹਨਾਂ ਕਾਫੀ ਜਿਹੜਾ ਨੋਇਜ਼ ਪੋਲਿਊਸ਼ਨ ਹੁੰਦਾ
ਉਹਦੇ ਬਾਵਜੂਦ ਕੋਈ ਪ੍ਰੈਸ਼ਰ ਹਾਰਨ ਲਗਾਏ ਹੋਏ ਆ, ਜਿਹਦੇ ਕਰਕੇ ਜਦੋਂ ਕੋਈ ਉਹ ਚਲਾਉਂਦੇ ਆ ਤੇ ਜਿੰਨਾ ਹਾਰਨ ਵਜਾਉਂਦੇ ਆ ਤੇ ਜਿਹੜਾ ਕੋਈ ਅੱਗੇ ਜਾ ਰਿਹਾ ਰਾਹਗੀਰ ਆ ਉਹਦੇ ਤੇ ਇੱਕਦਮ ਜਿਹੜੀ ਘਬਰਾਹਟ ਹੁੰਦੀ ਆ ਜਾਂ ਜਿਹਦੇ ਕਰਕੇ ਕੋਈ ਐਕਸੀਡੈਂਟ ਦਾ ਕਾਰਨ ਬਣਦੇ ਆ, ਉਹਨਾਂ ਤੇ ਰੋਕਥਾਮ ਪਾਉਣ ਦੀ ਨੀਅਤ ਨਾਲ ਜਿਹੜਾ ਪਿਛਲੇ ਦਿਨੀ ਜੋ ਸਾਡੇ ਡੀਐਸਪੀ ਸਾਹਿਬ ਸ਼੍ਰੀ ਦਲਜੀਤ ਸਿੰਘ ਖਾਖੂ ਉਹਨਾਂ ਨੇ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸੀ, ਉਹਦੇ ਤਹਿਤ ਸਾਡੇ ਟ੍ਰੈਫਿਕ ਦੇ ਜਿਹੜੇ ਗੜਸ਼ੰਕਰ ਦੇ ਇੰਚਾਰਜ ਨੇ ਐਸਆਈ ਰਣਜੀਤ ਕੁਮਾਰ ਜੀ ਤੇ ਉਹਨਾਂ ਦੀ ਟੀਮ ਨੇ ਕਾਫੀ ਮਿਹਨਤ ਕਰਦੇ ਹੋਏ ਪਿੱਛੇ ਜਿਹੇ ਕਾਫੀ ਜਿਹੜੇ ਬੁਲਟ ਮੋਟਰਸਾਈਕਲਾਂ ਦੇ ਜਿਹੜੇ ਸਲੈਂਸਰ ਜਿਹੜੇ ਇਦਾਂ ਦੇ ਸੀਗੇ ਲਗਾਏ ਹੋਏ ਜਿਹੜੇ ਕਿ ਪਟਾਕੇ ਮਾਰਦੇ ਸੀ ਔਰ ਜਿਨ੍ਹਾਂ ਦੀਆਂ ਜਾਲੀਆਂ ਕਢਵਾਈਆਂ ਹੋਈਆਂ ਸੀ, ਉਹਨਾਂ ਦੇ ਤਕਰੀਬਨ 25 ਤੋਂ 30 ਮੋਟਰਸਾਈਕਲਾਂ ਦੇ ਜਿਹੜੇ ਚਲਾਨ ਵੀ ਕੱਟੇ ਔਰ ਪਲੱਸ ਉਹਨਾਂ ਦੇ ਜਿਹੜੇ ਸਾਇਲੈਂਸਰ ਵੀ ਜਿਹੜੇ ਉਤਾਰੇ ਗਏ ਆ ਤੇ ਉਤਾਰ ਕੇ ਤੇ ਅੱਜ ਜਿਹੜੇ ਆ ਉਹ ਇੱਥੇ ਅਸੀਂ ਡਿਸਟਰੋਏ ਕੀਤੇ ਆ ਉਹ ਸਾਇਲੈਂਸਰ ਤੇ ਉਹਦੇ ਨਾਲ ਹੀ ਜਿਹੜੇ ਪ੍ਰੈਸ਼ਰ ਹਾਰਨ ਆ ਉਹ ਵੀ ਅਸੀਂ ਤਕਰੀਬਨ 15 ਤੋਂ 20 ਮੋਟਰਸਾਈਕਲਾਂ ਦੇ ਜਿਹੜੇ ਆ ਪ੍ਰੈਸ਼ਰ ਹਾਰਨ ਵੀ ਚਲਾਨ ਕੱਟ ਗਏ ਤੇ ਉਤਰਵਾ ਕੇ ਤੇ ਉਹ ਵੀ ਅੱਜ ਅਸੀਂ ਇੱਥੇ ਡਿਸਟਰੋਏ ਕੀਤੇ। 5 ਤੋਂ 6000 ਰੁਪਏ ਦਾ ਜੁਰਮਾਨਾ ਲੱਗ ਹੋਏਗਾ ਤੇ ਜਿਹੜੇ ਅਸੀਂ ਸਲੈਂਸਰ ਜਿਹੜੇ ਉਹ ਵੱਖਰੇ ਉਤਾਰੇ ਉਤਾਰ ਕੇ ਉਹਨਾਂ ਨੂੰ ਫਿਰ ਦੂਜੇ ਸਲੈਂਸਰ ਪਵਾਉਣ ਤੋਂ ਬਾਅਦ ਹੀ ਉਹਨਾਂ ਦੇ ਮੋਟਰਸਾਈਕਲ ਰਿਲੀਜ਼ ਕੀਤੇ। ਜਿਹੜਾ ਪ੍ਰੈਸ਼ਰ ਹਾਰਨ ਨੇ ਲਾਏ ਹੋਏ ਨਹੀਂ ਫਿਲਹਾਲ ਤੇ ਨਹੀਂ ਹੋਈ ਅਸੀਂ, ਕਿਉਂਕਿ ਇਹ ਪਿੱਛੇ ਸਿਰਫ ਜਨਵਰੀ ਮਹੀਨੇ ਤੋਂ ਜਿਹੜੇ ਅਸੀਂ ਕੀਤੇ ਚਲਾਨ ਤੇ ਗਾਂ ਜੇ ਹੋਏਗੀ ਤਾਂ ਉਹ ਤਾਂ ਫਿਰ ਉਹਦਾ ਇਨਫੋਰਮ ਹੀ ਕੀਤਾ ਜਾਏਗਾ। ਵੇਖ ਉਹ ਆਪਣੀ ਸ਼ਰਾਰਤ ਤੋਂ ਬਾਜ ਨਹੀਂ ਆਉਂਦਾ, ਬਟ ਸਾਡਾ ਕੰਮ ਹੈ ਕਿ ਉਹਨੂੰ ਫੜ ਕੇ ਜੋ ਵੀ ਪ੍ਰੋਪਰ ਐਜ਼ ਪਰ ਲਾਅ ਹੈਗਾ ਉਹਦੇ ਅਗੇਂਸਟ ਕਾਰਵਾਈ ਕਰਨੀ। ਉੱਥੇ ਗਲੀਆਂ ਵਗੈਰਾ ਦਾ ਫਾਇਦਾ ਲੈ ਕੇ ਜ਼ਰੂਰ ਕੋਈ ਜਦੋਂ ਮੇਨ ਰੋਡ ਤੇ ਆਉਂਦੇ ਸਾਡੀ ਗੱਡੀ ਦੇਖ ਕੇ ਉਹ ਗਲੀਆਂ 'ਚ ਬਾੜ ਲੈਂਦੇ ਆ, ਬਟ ਜਦੋਂ ਵੀ ਕਿਤੇ ਸਾਡੇ ਨਿਗਾਹ 'ਚ ਆਉਂਦੇ ਆ ਕਾਬੂ ਆਉਂਦੇ ਅਸੀਂ ਉਹਦੇ ਨਾਲ ਬਿਲਕੁਲ ਉਹਦੇ ਖਿਲਾਫ ਕਾਰਵਾਈ ਕਰਦੇ। ਦੋਸਤੋ ਇਹ ਸਨ ਅੱਜ ਦੀਆਂ ਖਾਸ ਖਬਰਾਂ। ਨਵੀਂ ਤੇ ਤਾਜ਼ਾ ਖਬਰਾਂ ਲੈ ਕੇ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਰੱਬ ਰਾਖਾ।